ਤੇ ਉਹ ਕਹਿਣ ਲੱਗੇ ਕਿ ਤੁਹਾਨੂੰ ਅਸੀਂ ਪਦਮ ਸ਼੍ਰੀ ਦੇ ਰਹੇ ਹਾਂ, ਤੁਸੀਂ ਐਕਸੈਪਟ ਕਰਦੇ ਹੋ? ਤੇ ਮੈਂ ਕਿਹਾ ਹਾਂਜੀ ਮੈਂ ਐਕਸੈਪਟ ਕਰਾਂਗਾ। ਜਦੋਂ ਕੁਸ਼ਟ ਰੋਗ ਹੋ ਜਾਂਦਾ ਹੈ ਤੇ ਸਮਾਜ ਉਹਨਾਂ ਨੂੰ ਕੱਢ ਦਿੰਦਾ ਹੈ। ਆਪਣੇ ਭਾਰਤ ਦੇਸ਼ ਵਿੱਚ ਹੀ ਨਹੀਂ ਬਲਕਿ ਸਾਰੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਗਿਆ ਹੈ। ਮੈਂ ਕਦੇ ਕਿਸੇ ਤੋਂ ਪੈਸਾ ਨਹੀਂ ਲਿਆ। ਗਰੀਬ ਔਰ ਬਿਮਾਰ ਦੁਨੀਆ ਉਹਨਾਂ ਨੂੰ ਕੱਢ ਦਿੰਦੀ ਹੈ। ਕਿਸੇ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਜੇ ਤੁਸੀਂ ਆਪਣਾ ਸਾਰਾ ਕੁਝ ਲਗਾਉਂਦੇ ਹੋ, ਦੂਸਰੇ ਨੂੰ ਸੁਖੀ ਬਣਾਉਣ ਦੇ ਲਈ ਆਪਣਾ ਸੁੱਖ ਛੱਡਦੇ ਹੋ, ਉਹੀ ਅਸਲੀ ਜੀਵਨ ਹੈ। ਕਹਿੰਦੇ ਨੇ ਸੇਵਾ ਸਭ ਤੋਂ ਵੱਡਾ ਧਰਮ ਹੈ ਅਤੇ ਇਹ ਧਰਮ ਹਰ ਕੋਈ ਨਹੀਂ ਨਿਭਾ ਸਕਦਾ। ਲੇਕਿਨ ਮੋਹਾਲੀ ਦੇ ਰਹਿਣ ਵਾਲੇ ਪ੍ਰੇਮ ਸਿੰਘ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੇ ਇਸ ਧਰਮ ਨੂੰ ਨਿਭਾਇਆ ਵੀ ਅਤੇ ਅਜਿਹੇ ਰੋਗੀ ਜਿਨ੍ਹਾਂ ਨੂੰ ਕੁਸ਼ਟ ਰੋਗ ਹੋਇਆ ਹੋਵੇ, ਜਿਨ੍ਹਾਂ ਨੂੰ ਲੋਕੀ ਛੂੰਦੇ ਨਹੀਂ, ਉਹਨਾਂ ਨੂੰ ਪਾਸ ਨਹੀਂ ਜਾਂਦੇ ਉਹਨਾਂ ਦੇ ਕੋਲ, ਉਹਨਾਂ ਦੇ ਲਈ ਕੰਮ ਕੀਤਾ, ਆਪਣੀ ਪੂਰੀ ਜ਼ਿੰਦਗੀ ਨਿਛਾਵਰ ਕਰ ਦਿੱਤੀ। ਅਤੇ ਨਾ ਸਿਰਫ ਉਹਨਾਂ ਨੇ ਬਲਕਿ ਉਹਨਾਂ ਦੇ ਬੱਚਿਆਂ ਨੇ ਵੀ। ਤੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਨਵਾਜਿਆ ਗਿਆ, ਜਿੱਥੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਨਵਾਜ਼ਿਆ ਹੈ। ਸਮਾਜ ਸੇਵੀ ਦੀ ਕੈਟੇਗਰੀ ਹੈ, ਉਸ ਕੈਟੇਗਰੀ ਦੇ ਵਿੱਚ ਉਹਨਾਂ ਨੂੰ ਇਹ सम्मान ਮਿਲਿਆ ਹੈ। ਗੱਲਬਾਤ ਕਰਦੇ ਹਾਂ ਪ੍ਰੇਮ ਸਿੰਘ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਬਾਦ ਕਿ ਤੁਹਾਨੂੰ ਪਦਮ ਸ਼੍ਰੀ ਦੇ ਨਾਲ ਨਵਾਜ਼ਿਆ ਗਿਆ ਹੈ। ਜਦ ਤੁਹਾਨੂੰ ਇਹ ਖਬਰ ਮਿਲੀ ਕਿੱਦਾਂ ਦਾ ਫੀਲ ਹੋਇਆ? ਬਹੁਤ ਅੱਛਾ ਲੱਗ ਰਿਹਾ ਸੀ। ਤੇ ਮੈਨੂੰ 25 ਤਰੀਕ ਨੂੰ ਸਵੇਰੇ ਖਬਰ ਮਿਲੀ, ਉਦੋਂ ਡਿਕਲੇਅਰ ਹੋ ਜਾਂਦਾ ਹੈ। ਤੇ ਉਹ ਕਹਿਣ ਲੱਗੇ ਕਿ ਤੁਹਾਨੂੰ ਅਸੀਂ ਪਦਮ ਸ਼੍ਰੀ ਦੇ ਰਹੇ ਹਾਂ, ਤੁਸੀਂ ਐਕਸੈਪਟ ਕਰਦੇ ਹੋ? ਤੇ ਬਹੁਤ ਖੁਸ਼ੀ ਹੋਈ ਤੇ ਮੈਂ ਕਿਹਾ ਹਾਂਜੀ ਮੈਂ ਐਕਸੈਪਟ ਕਰਾਂਗਾ। ਤੇ ਫਿਰ ਉਸ ਤੋਂ ਬਾਅਦ ਮੈਨੂੰ ਬਹੁਤ ਹੌਸਲਾ ਵੀ ਹੋਇਆ ਤੇ ਮੈਂ ਇਸ ਨੂੰ ਬਹੁਤ ਆਪਣੇ 'ਚ ਬਹੁਤ ਨਿਮਰਤਾ ਸਹਿਤ ਸੋਚਿਆ ਕਿ ਹੁਣ ਬਹੁਤ ਹੋਰ ਅੱਗੇ ਕੰਮ ਕਰਨ ਦੀ ਜ਼ਰੂਰਤ ਪਏਗੀ, ਕਿਉਂਕਿ ਜਦੋਂ ਕੋਈ ਅਵਾਰਡ ਮਿਲਦਾ ਹੈ ਤੇ ਉਸ ਨੂੰ ਪੂਰਾ ਉਤਾਰਨ ਦੇ ਲਈ ਹੋਰ ਕੰਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਤੇ ਮੈਂ ਇਸ ਧਾਰਨਾ ਜੋ ਮੈਂ ਸੋਚੀ ਹੋਈ ਹੈ ਇਸ ਨੂੰ ਪੂਰੀ ਕਰਾਂਗਾ ਤੇ ਮੈਂ ਆਪਣੀ ਡਿਊਟੀ ਪੂਰੀ ਨਿਭਾਉਣ ਦੀ ਕੋਸ਼ਿਸ਼ ਕਰਾਂਗਾ। ਜੋ ਮੇਰੇ ਮਿਸ਼ਨ ਦੇ ਜੋ ਆਈਡੀਅਲਸ ਹੈ, ਜੋ ਟੀਚੇ ਹੈ ਕੁਸ਼ਟ ਰੋਗੀਆਂ ਨੂੰ ਉਹਨਾਂ ਦਾ ਮੁੜ ਵਸੇਬਾ ਕਰਨਾ ਅਤੇ ਉਹਨਾਂ ਨੂੰ ਉਹਦੇ ਘਰਾਂ ਵਿੱਚ ਵਾਪਸ ਭੇਜਣਾ, ਇਸ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਤੇ ਸਮਾਜ ਨੂੰ ਜਾਗਰੂਕ ਕਰਾਂਗਾ ਕਿ ਕੁਸ਼ਟ ਰੋਗ ਜੋ ਹੈ ਇਹ ਇੱਕ ਬਿਮਾਰੀ ਹੈ, ਇਹ ਪਿਛਲੇ ਜਨਮ ਦਾ ਸ਼ਰਾਪ ਨਹੀਂ ਹੈ, ਵੰਸ਼ਾਗਤ ਨਹੀਂ ਹੈ। ਕਿਉਂਕਿ ਕੁਸ਼ਟ ਰੋਗ ਜਦੋਂ ਹੋ ਜਾਂਦਾ ਹੈ ਤਾਂ ਵਿਆਹ ਨਹੀਂ ਹੁੰਦੇ। ਉਹ ਸੋਚਦੇ ਹਨ ਇਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ, ਐਸਾ ਨਹੀਂ ਹੈ। ਉਹ ਸੋਚਦੇ ਪਿਛਲੇ ਜਨਮ ਦਾ ਸ਼ਰਾਪ ਹੈ ਇਸ ਲਈ ਇਹਨੂੰ ਬਿਮਾਰੀ ਲੱਗੀ, ਐਸਾ ਨਹੀਂ ਹੈ। ਇਹ ਇੱਕ ਜੀਵਾਣੂ ਰੋਗ ਹੈ ਜੋ ਲੈਪਰਾ ਜਰਮ ਹੈ, ਜੋ ਡਿਵੈਲਪ ਹੋ ਜਾਂਦਾ ਹੈ ਬੋਡੀ ਦੇ ਵਿੱਚ, ਐਕਟਿਵ ਹੋ ਜਾਂਦਾ ਹੈ ਤੇ ਉਸ ਕਰਕੇ ਇਹ ਬਿਮਾਰੀ ਲੱਗਦੀ ਹੈ। ਤੇ ਇਹ ਬਿਮਾਰੀ ਜਦੋਂ ਕਿਉਂਕਿ ਇਹ ਗਰੀਬੀ ਦੀ ਬਿਮਾਰੀ ਹੈ ਅਸਲ ਵਿੱਚ, ਗਰੀਬੀ ਤੋਂ ਕੁਸ਼ਟ ਰੋਗ ਅਤੇ ਕੁਸ਼ਟ ਰੋਗ ਤੋਂ ਗਰੀਬੀ ਫੈਲਦੀ ਹੈ। ਤੇ ਇਸ ਤਰ੍ਹਾਂ ਕਿਉਂਕਿ ਜਦੋਂ ਕੁਸ਼ਟ ਰੋਗ ਹੋ ਜਾਂਦਾ ਹੈ ਤੇ ਸਮਾਜ ਉਹਨਾਂ ਨੂੰ ਕੱਢ ਦਿੰਦਾ ਹੈ ਤੇ ਉਹਨਾਂ ਤੋਂ ਮੰਗ ਕੇ ਖਾਣ ਲਈ ਮਜਬੂਰ ਕਰ ਦਿੰਦਾ ਹੈ। ਤੇ ਇਸੇ ਤਰੀਕੇ ਨਾਲ ਜੋ ਕੁਸ਼ਟ ਰੋਗ ਹੈ, ਕੁਸ਼ਟ ਰੋਗੀ ਇਸ ਨੂੰ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਉਹ ਡਰਦੇ ਹਨ ਕਿ ਉਹਨਾਂ ਦਾ ਸਮਾਜ ਤੋਂ ਬਹਿਸ਼ਕਾਰ ਨਾ ਕਰ ਦਿੱਤਾ ਜਾਵੇ ਤੇ ਸਮਾਜਿਕ ਵਿਤਕਰਾ ਹੋ ਜਾਏਗਾ ਤੇ ਉਹਨਾਂ ਨੂੰ ਸਾਰੇ ਆਲਮੋਸਟ ਇਸੇ ਦੇ ਆਪਣੇ ਭਾਰਤ ਦੇਸ਼ ਵਿੱਚ ਹੀ ਨਹੀਂ ਬਲਕਿ ਸਾਰੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਗਿਆ ਹੈ। ਜਦੋਂ ਕੁਸ਼ਟ ਰੋਗ ਹੋ ਗਿਆ ਤੇ ਉਸ ਨੂੰ ਉਹ ਘਰਾਂ 'ਚ ਨਹੀਂ ਰੱਖਦੇ ਸਨ। ਤੇ ਇਸ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਨੇ ਪਿੰਗਲਵਾੜੇ ਦੀ ਸੇਵਾ ਕਰਨ ਦੀ ਜੋ ਰੀਤ ਚਲਾਈ ਹੈ, ਮੈਂ ਵੀ ਉਹਨਾਂ ਦੀ ਇਸ ਸੇਵਾ ਨੂੰ ਅੱਗੇ ਲਿਜਾਣ ਲਈ ਕੋਸ਼ਿਸ਼ ਕਰ ਰਿਹਾ ਹਾਂ। ਤੇ ਗੁਰੂ ਸਾਹਿਬਾਨ ਦੇ ਜੋ ਮੈਨੂੰ ਆਸ਼ੀਰਵਾਦ ਮੰਗਦਾ ਤਾਂ ਕਿ ਮੈਂ ਇਸ ਨੂੰ ਸਿਰੇ ਪੂਰਾ ਚੰਗੇ ਅੱਛੇ ਸੁਚਾਰੂ ਢੰਗ ਨਾਲ ਸਿਰੇ ਲਗਾ ਸਕਾਂ। ਤੋ ਇਸ ਦੇ ਵਿੱਚ ਕੁਰਬਾਨੀ ਦਾ ਫੀਲਿੰਗ ਬਹੁਤ ਜ਼ਿਆਦਾ ਹੈ, ਕਿਉਂਕਿ ਮੈਂ ਕਦੇ ਕਿਸੇ ਤੋਂ ਪੈਸਾ ਨਹੀਂ ਲਿਆ। ਕਿਉਂਕਿ ਮੈਨੂੰ ਇਸ ਦੀ ਧਾਰਨਾ ਇਸ ਦਾ ਜੋ ਪ੍ਰਣ ਮੇਰੇ ਦਾਦਾ ਸ਼੍ਰੀ ਨੇ ਕਰਵਾਇਆ ਸੀ ਕਿ ਗਰੀਬ ਔਰ ਬਿਮਾਰ ਦੋਨੋਂ ਹੀ ਦੁਨੀਆ ਉਹਨਾਂ ਨੂੰ ਕੱਢ ਦਿੰਦੀ ਹੈ। ਤਾਂ ਗਰੀਬੀ ਆਉਂਦੀ ਹੈ ਉਹਨਾਂ ਨੂੰ ਕੋਈ ਨਹੀਂ ਰੱਖਣਾ ਚਾਹੁੰਦਾ, ਈਵਨ ਬਜ਼ੁਰਗਾਂ ਨੂੰ ਬਾਹਰ ਕੱਢ ਦਿੰਦੇ ਹਨ
ਤੇ ਇਸ ਤਰ੍ਹਾਂ ਜਦੋਂ ਬਿਮਾਰੀ ਲੱਗਦੀ ਹੈ ਤੇ ਬਿਮਾਰ ਨੂੰ ਹਸਪਤਾਲ ਛੱਡ ਕੇ ਬਹੁਤ ਸਾਰੇ ਲੋਕ ਛੱਡ ਜਾਂਦੇ ਹਨ। ਐਸੇ ਬਹੁਤ ਸਾਰੇ ਮਰੀਜ਼, ਮੈਂ ਜਦੋਂ ਮਰੀਜ਼ਾਂ ਲਈ ਕੰਮ ਕਰਦਾ ਸੀ ਤੇ ਉਹ ਛੱਡ ਕੇ ਚਲੇ ਜਾਂਦੇ ਸਨ। ਤੇ ਇੱਕ ਬਜ਼ੁਰਗ ਇਸ ਤਰ੍ਹਾਂ ਹੀ, ਮੇਰੇ ਇੱਕ ਦੋਸਤ ਸੀ ਉੱਥੇ ਟਰਾਂਸਪੋਰਟ ਅਫਸਰ, ਉਹ ਕਹਿੰਦੇ ਅੱਜ ਤੁਹਾਨੂੰ ਦੇਖਾਂਗੇ ਤੁਸੀਂ ਕਿਵੇਂ ਇਲਾਜ ਕਰਾਉਂਦੇ ਹੋ ਇਸ ਦਾ। ਤੇ ਉਹਨਾਂ ਨੇ ਇੱਕ ਬਜ਼ੁਰਗ ਨੂੰ ਉਹਦੇ ਬੱਚੇ ਛੱਡ ਕੇ ਚਲੇ ਗਏ, ਬਹੁਤ ਧਨਾਢ, ਬਹੁਤ ਅਮੀਰ, ਬਹੁਤ ਜ਼ਿਮੀਂਦਾਰ ਸੀ। ਤੇ ਮੈਂ ਕੀ ਕੀਤਾ, ਮੇਰੇ ਪਾਸ ਇੱਕ ਮੋਪਿਡ ਸੀ, ਮੋਪਿਡ ਵੇਚ ਕੇ ਉਸ ਦਾ ਪੂਰਾ ਇਲਾਜ ਕਰਾ ਦਿੱਤਾ। ਤੇ ਉਹ ਪੂਰਾ ਜਦੋਂ ਇਲਾਜ ਹੋ ਗਿਆ, ਉਹਨੇ ਮੇਰੇ ਗਲ ਨੂੰ ਜੱਫੀ ਪਾ ਲਈ ਔਰ ਬਹੁਤ ਰੋਣ ਲੱਗ ਪਿਆ, ਕਹਿਣਾ ਹੁਣ ਤਾਂ ਤੂੰ ਹੀ ਮੇਰਾ ਪੁੱਤ ਹੈ। ਮੈਂ ਕਿਹਾ ਨਹੀਂ, ਮੈਂ ਸਮਾਜ ਸੇਵਕ ਹਾਂ, ਮੈਂ ਇਹ ਇਸ ਕਰਕੇ ਆਪਣਾ ਇੱਕ ਜੋ ਪੈਟਰਨ ਹੈ ਉਹਨੂੰ ਪੂਰਾ ਕੀਤਾ। ਮੈਂ ਤੁਹਾਡੀ ਸੇਵਾ ਕੀਤੀ ਹੈ ਤੇ ਤੁਸੀਂ ਜਦੋਂ ਕਦੇ ਵੀ ਲੋੜ ਪਏਗੀ ਮੈਂ ਉਹਨੂੰ ਪੂਰਾ ਕਰਾਂਗਾ। ਇਸ ਤਰ੍ਹਾਂ ਹੀ ਬਜ਼ੁਰਗਾਂ ਦੇ ਨਾਲ ਮੈਂ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਸੀ। ਇਸੇ ਕਰਕੇ ਰੱਬ ਦੀ ਐਸੀ ਮਰਜ਼ੀ ਹੋਈ ਕਿ ਮੈਂ ਤਾਂ ਲੈਪਰੋਸੀ ਪੇਸ਼ੈਂਟਸ ਲਈ ਕੰਮ ਕਰਦਾ ਸੀ, ਜਿਹਦੇ 60% ਲੋਕ ਡਿਸੇਬਲਡ ਹੋ ਚੁੱਕੇ ਸਨ। ਲੈਪਰੋਸੀ ਪੇਸ਼ੈਂਟਸ ਜੋ ਸੀਨੀਅਰ ਸਿਟੀਜ਼ਨ ਉਹਨਾਂ ਲਈ ਤਾਂ ਮੈਂ ਕੰਮ ਕਰਦਾ ਹੀ ਸੀ, ਫਿਰ ਬਾਕੀ ਦੇ ਸੀਨੀਅਰ ਸਿਟੀਜ਼ਨ ਲਈ ਵੀ ਕੰਮ ਕਰਦਾ ਸੀ। ਜਿਸ ਤਰ੍ਹਾਂ ਇੱਕ ਬਜ਼ੁਰਗ ਦੀ ਉਹਦੇ ਲੜਕੇ ਨੇ ਬਾਂਹ ਤੋੜ ਦਿੱਤੀ ਤੇ ਉਹਨੇ ਮੈਨੂੰ ਫ਼ੋਨ ਕੀਤਾ ਵੀ ਮੈਨੂੰ ਮੇਰਾ ਇੰਤਜ਼ਾਮ ਕਰ। ਤੇ ਮੈਂ ਉਹਨੂੰ ਕਿਹਾ ਇਸ ਤਰ੍ਹਾਂ ਕਰਦਾ ਵੀ ਮੈਂ ਤੁਹਾਨੂੰ ਅਡੋਪਟ ਕਰ ਲੈਣਾ, ਆਪਣਾ ਫਾਦਰ ਅਡੋਪਟ ਕਰ ਲੈਣਾ। ਉਹ ਕਹਿਣ ਲੱਗੇ ਨਹੀਂ, ਮੈਂ ਤਾਂ ਬ੍ਰਿਗੇਡੀਅਰ ਹਾਂ, ਮੈਂ 3 ਲੜਾਈਆਂ ਲੜੀਆਂ। ਤੇ ਕਹਿੰਦੇ ਮੈਨੂੰ ਤੁਸੀਂ ਉਸ ਦੇ ਵਿੱਚ ਬੁਢਾਪਾ ਹੋਮ 'ਚ ਛੱਡ ਦਿਓ ਤੇ ਮੈਂ ਉੱਥੇ ਰਹਾਂਗਾ। ਇਸ ਤਰੀਕੇ ਨਾਲ ਤੇ ਕੁਸ਼ਟ ਰੋਗੀ ਜੋ ਹੈ, ਕੁਸ਼ਟ ਰੋਗ ਦੇ ਲੱਛਣ ਕਿ ਇਹ ਤਾਂਬੇ ਰੰਗੇ ਤੇ ਵਾਈਟ ਪੈਚਿਸ ਪੈ ਜਾਂਦੇ ਹਨ ਤੇ ਉਹਦੇ ਚੁਭਨ ਖਤਮ ਹੋ ਜਾਂਦੀ ਹੈ। ਜੀ, ਸਮਾਜ ਸੇਵਾ ਕਰਨਾ ਆਸਾਨ ਨਹੀਂ ਹੈ। ਬਹੁਤ ਕੁਝ ਜਿਹੜਾ ਤੁਸੀਂ ਕਿਹਾ ਕੁਰਬਾਨੀ ਦੇਣੀ ਪੈਂਦੀ ਹੈ ਤੇ ਆਪਣੇ ਜੇਬੋਂ ਪੈਸਾ ਲੱਗਦਾ ਹੈ। ਤੁਸੀਂ ਖੁਦ ਸਰਕਾਰੀ ਨੌਕਰੀ ਕਰਦੇ ਸੀ, ਕਿੱਦਾਂ ਸ਼ੁਰੂਆਤ ਹੋਈ ਇਸ ਚੀਜ਼ ਦੀ ਤੇ ਕਿਵੇਂ ਹੋਈ? ਮਤਲਬ ਕੀ ਇੰਪੈਕਟ ਕਿਸ ਚੀਜ਼ ਦਾ ਪਿਆ ਕਿ ਤੁਸੀਂ ਸੋਚਿਆ ਕਿ ਤੁਸੀਂ ਕੁਸ਼ਟ ਰੋਗੀਆਂ ਵਾਸਤੇ ਕੁਝ ਕਰਨਾ ਹੈ? ਅੱਜ ਤੋਂ 32 ਸਾਲ ਪਹਿਲਾਂ ਤੋਂ ਮੇਰੇ ਦਾਦਾ ਸ਼੍ਰੀ ਨੇ ਜਦੋਂ ਮੇਰੇ ਤੋਂ ਇਹ ਪੜ੍ਹ ਲਿਆ ਸੀ ਕਿ ਤੂੰ ਕੁਸ਼ਟ ਰੋਗੀਆਂ ਦੀ, ਤੂੰ ਬਿਮਾਰਾਂ ਦੀ ਸੇਵਾ ਕਰੀ। ਤੇ ਜਦੋਂ ਮੈਂ ਕੁਸ਼ਟ ਰੋਗੀਆਂ ਦੀ ਬਿਮਾਰਾਂ ਦੀ ਸੇਵਾ ਤਾਂ ਚਲੋ ਕਿਸ ਤਰੀਕੇ ਨਾਲ ਮੇਨਟੇਨ ਹੋ ਜਾਂਦੀ ਸੀ, ਹੱਥਾਂ ਨਾਲ ਵੀ ਕੀਤੀ ਜਾ ਸਕਦੀ ਹੈ ਸੇਵਾ, ਤਨ ਮਨ ਧਨ ਨਾਲ ਸੇਵਾ ਕੀਤੀ ਜਾ ਸਕਦੀ ਹੈ। ਤੇ ਮਨ ਔਰ ਤਨ ਇਹ ਤਾਂ ਮੇਰੇ ਕੋਲ ਹੈਗਾ ਹੀ, ਮੈਂ ਇਹਦੇ ਨਾਲ ਕਰ ਸਕਦਾ। ਤੇ ਉਸ ਟਾਈਮ ਮੈਂ ਤਾਂ ਪੜ੍ਹਦਾ ਸੀ ਤੇ ਉਸ ਤੋਂ ਬਾਅਦ ਜਦੋਂ ਇਹ ਸੇਵਾ ਕਰਨ ਦਾ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿਸੇ ਤੋਂ ਪੈਸਾ ਨਹੀਂ ਲੈਣਾ। ਤੇ ਕਿਉਂਕਿ ਪੈਸਾ ਜੋ ਹੈ ਇਹ ਬਹੁਤ ਬੁਰੀ ਚੀਜ਼ ਹੈ। ਤੇ ਮੈਂ ਕਿਹਾ ਪੈਸੇ ਤੋਂ ਬਿਨਾਂ ਕਿਸ ਤਰ੍ਹਾਂ ਹੋ ਸਕਦਾ ਇਹ ਕੰਮ? ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਨਹੀਂ ਹੋ ਜਾਏਗਾ, ਜੇ ਤੁਹਾਡਾ ਦਿਮਾਗ 'ਚ ਪੱਕਾ ਨਿਸ਼ਚਾ ਕਰ ਲਿਆ ਕੰਮ ਹੋ ਜਾਏਗਾ। ਮੈਂ ਕਿਹਾ ਕਿਸ ਤਰ੍ਹਾਂ? ਕਹਿੰਦਾ ਤੁਸੀਂ ਆਪਣੇ ਪੈਸੇ ਨੂੰ ਅਰੇਂਜ ਕਰ ਦੇਣਾ ਕਿਤੋਂ। ਇਸ ਤਰ੍ਹਾਂ ਫਿਰ ਮੈਂ ਆਪਣਾ ਜੀ ਫੰਡ ਕਢਾ ਕੇ ਯੂਜ਼ ਕਰਦਾ ਰਿਹਾ। ਜਦੋਂ ਮੈਂ ਰਿਟਾਇਰ ਹੋਇਆ ਮੇਰੇ ਪਾਸ ਕੋਈ ਜੀ ਫੰਡ ਨਹੀਂ ਸੀ। ਕਿੰਨੇ ਪੈਸੇ ਕਢਾਏ ਸੀ ਸਭ ਤੋਂ ਪਹਿਲਾਂ? ਮੈਂ ਜਿਸ ਤਰ੍ਹਾਂ ਦਵਾਈਆਂ ਦੇਣੀਆਂ, 4 ਕੁਸ਼ਟ ਆਸ਼ਰਮਾਂ ਤੋਂ ਕਾਲ ਆ ਗਈ, ਮੈਂ ਉਸ ਟਾਈਮ 50,000 ਰੁਪਇਆ ਕਢਾ ਲਿਆ ਤੇ ਉਹਨਾਂ ਨੂੰ 4 ਦੀ ਜਗ੍ਹਾ ਬਾਕੀ ਦੇ ਕੁਸ਼ਟ ਆਸ਼ਰਮਾਂ ਨੂੰ ਵੀ ਦਵਾਈਆਂ ਦੇ ਦਿੱਤੀਆਂ। ਤੇ ਇਸ ਤਰ੍ਹਾਂ ਕੁਛ ਪੈਸੇ ਰੱਖ ਲਏ ਕੋਲ, ਜੋ ਇੱਕ ਜਗ੍ਹਾ ਬਾਥਰੂਮ ਬਣਨੇ, ਹੋਰ ਤਰ੍ਹਾਂ ਦੀ ਡਿਮਾਂਡਸ ਵੀ ਆ ਜਾਂਦੀਆਂ ਸੀ। ਤੇ ਫਿਰ ਬਾਅਦ ਦੇ ਵਿੱਚ ਮੇਰੇ ਜੀ ਫੰਡ 'ਚ ਵੀ ਪੈਸੇ ਨਹੀਂ ਰਹੇ ਤੇ ਮੈਂ ਅੱਜ ਤੋਂ 20 ਸਾਲ ਪਹਿਲਾਂ ICICI ਬੈਂਕ ਤੋਂ ਲੋਨ ਲਿਆ 1 ਲੱਖ ਰੁਪਇਆ ਤੇ ਉਸਦੀ ਕਿਸ਼ਤ ਵੀ ਕੱਟਦੀ ਰਹੀ ਉਸ ਟਾਈਮ। ਤੇ ਇਸ ਤਰ੍ਹਾਂ ਨਾਲ, ਕਿਉਂਕਿ ਕਿਸੇ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਜੇ ਤੁਸੀਂ ਆਪਣਾ ਸਾਰਾ ਕੁਝ ਲਗਾਉਂਦੇ ਹੋ, ਦੂਸਰੇ ਨੂੰ ਸੁਖੀ ਬਣਾਉਣ ਦੇ ਲਈ ਆਪਣਾ ਸੁੱਖ ਛੱਡਦੇ ਹੋ, ਉਹੀ ਅਸਲੀ ਜੀਵਨ ਹੈ। ਸੋਸਾਇਟੀ ਤੋਂ ਕਿਉਂਕਿ ਕੁਸ਼ਟ ਰੋਗੀਆਂ ਨੂੰ ਜਾਂ ਫਿਰ ਜਿਨ੍ਹਾਂ ਨੂੰ ਕੋੜ ਦੀ ਬਿਮਾਰੀ ਹੋਏ ਉਹਨਾਂ ਨੂੰ ਬੋਇਕੋਟ ਕਰਦੀ ਹੈ ਸੋਸਾਇਟੀ, ਤੇ ਕੀ ਤੁਹਾਨੂੰ ਵੀ ਬੋਇਕੋਟ ਹੋਣ ਦਾ ਸਾਹਮਣਾ ਕਰਨਾ ਪਿਆ ਕਿ ਨਹੀਂ ਇਹਨਾਂ ਦੇ ਘਰ ਨਹੀਂ ਜਾਣਾ ਜਾਂ ਇਹਨਾਂ ਦੇ ਫੈਮਿਲੀ ਤੇ ਨਾਲ ਗੱਲਬਾਤ ਨਹੀਂ ਕਰਨੀ? ਤੁਹਾਡੇ ਜਿਹੜੇ ਪਰਿਵਾਰਿਕ ਮੈਂਬਰ ਸੀ ਉਹਨਾਂ ਨੂੰ ਵੀ ਇਹ ਸਾਰੀ ਚੀਜ਼ਾਂ ਝੇਲਣੀ ਪਈ? ਹਾਂ, ਐਸਾ ਹੋਇਆ। ਜਦੋਂ ਮੇਰੀ ਘਰ ਵਾਲੀ ਜਿੰਦਾ ਸੀ ਉਹਨੇ ਵੀ ਸਟੇਟਮੈਂਟ ਦਿੱਤੀ ਸੀ ਕਿ ਉਹਨੂੰ ਪੁੱਛਿਆ ਵੀ ਕਿਸ ਤਰ੍ਹਾਂ ਹੋ ਰਿਹਾ ਹੈ। ਉਹ ਕਹਿਣ ਲੱਗੀ ਇਸ ਤਰ੍ਹਾਂ ਵੀ ਸਾਨੂੰ ਲੋਕ ਮਿਲ ਨਹੀਂ ਰਹੇ, ਘੱਟ ਮਿਲਦੇ ਆ ਤੇ ਜੇ ਮਿਲਦੇ ਆ ਤਾਂ ਉਹ ਵਿੱਚ ਆਪਣਾ ਦਿਮਾਗ 'ਚ ਕੋਈ ਐਸੀ ਗੱਲ ਰੱਖ ਲੈਂਦੇ ਆ। ਤੇ ਉਹਨਾਂ ਪੁੱਛਿਆ ਵੀ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਉਹ ਕਹਿੰਦੇ ਮਿਲਣ ਚਾਹੇ ਨਾ ਮਿਲਣ, ਵੀ ਲੋਕ ਸੇਵਾ ਹੀ ਦੇਸ਼ ਸੇਵਾ ਹੈ, ਇਹ ਕਰੇਗਾ। ਵੀ ਮੇਰਾ ਹਸਬੈਂਡ ਇਹ ਸੇਵਾ ਨੂੰ ਨਿਭਾਏਗਾ ਔਰ ਮੈਂ ਇਹਦੇ ਪਿੱਛੇ ਕੰਮ ਕਰਾਂਗੀ। ਇਸ ਤਰ੍ਹਾਂ ਫਿਰ ਮੈਨੂੰ ਹੋਰ ਹੌਸਲਾ ਮਿਲ ਗਿਆ। ਤੇ ਮੈਨੂੰ ਇਹ ਲੱਗਦਾ ਸੀ ਵੀ ਜੇ ਘਰ ਤੋਂ ਕੋਈ ਪੈਸਾ ਖਰਚ ਵੀ ਦਿੱਤਾ ਤੇ ਵੀ ਇਹ ਥੋੜ੍ਹਾ ਬਹੁਤਾ ਸੋਚ ਕੇ ਫਿਰ, ਕਿਉਂਕਿ ਘਰ ਦੇ ਵਿੱਚ ਵੀ ਫਿਰ ਸਾਡਾ ਕੋਈ ਹਾਲ ਬਹੁਤ ਅੱਛਾ ਨਹੀਂ ਸੀ ਰਹਿੰਦਾ, ਕਿਉਂਕਿ ਮੈਂ ਨਾ ਹੀ ਇਹਨਾਂ ਬੱਚਿਆਂ ਨੂੰ ਕੋਈ ਬਹੁਤ ਵੱਡੀ ਐਜੂਕੇਸ਼ਨ ਨਹੀਂ ਦਿੱਤੀ, ਲੋਨ ਲੈ ਕੇ ਹੀ ਪੜ੍ਹਾਏ ਫਿਰ।
ਇਹ ਥੋੜ੍ਹੇ ਬਹੁਤੇ ਜਿੱਦਾਂ ਪੜ੍ਹਾਏ ਅਤੇ ਕਿਉਂਕਿ ਮੇਰੇ ਪਾਸ ਪੈਸੇ ਹੈ ਹੀ ਨਹੀਂ ਸੀ ਕਿ ਇਸ ਮਿਸ਼ਨ ਨੂੰ ਮੈਂ ਪੂਰਾ ਕਰਨਾ ਚਾਹੁੰਦਾ ਸੀ। ਪਰ ਸਰਕਾਰ ਮੇਰੀ ਹਰ ਵਾਰ ਮੈਨੂੰ ਮਾਨਤਾ ਦਿੰਦੀ ਸੀ ਵੀ ਬਾਕੀ ਇਹਦੇ ਕੋਲ ਪੈਸੇ ਨਹੀਂ ਅਤੇ ਇਹਨੇ ਬਿਨਾਂ ਪੈਸਿਆਂ ਤੋਂ ਕੰਮ ਕਰਿਆ। ਇਹ ਗੌਰਮੈਂਟ ਦੀ ਹਰ ਵਾਰ ਮੇਰੀ ਇਸ ਗੱਲ 'ਤੇ ਸਟੈਂਪ ਲੱਗਦੀ ਰਹੀ ਅਤੇ ਗੌਰਮੈਂਟ ਨੂੰ ਪੂਰਾ ਪਤਾ ਵੀ ਲੱਗ ਗਿਆ ਸੀ ਕਿ ਜਦ ਸੁਸਾਇਟੀ ਕਹਿੰਦੀ ਸੀ ਜਾਂ ਕੋਈ ਸੁਸਾਇਟੀ ਕੋ ਅਸੀਂ ਉਹਨਾਂ ਨੂੰ ਇਹ ਕਹਿੰਦੇ ਵੀ ਤੁਹਾਡੇ ਕੋਲ ਪੈਸੇ ਹੈ, ਜਿਹੜੀ ਸਟੇਟ ਲੈਵਲ ਸੁਸਾਇਟੀ ਡਿਸਟ੍ਰਿਕਟ ਲੈਵਲ ਸੁਸਾਇਟੀ ਹੈ, ਅਸੀਂ ਉਹਨਾਂ ਨੂੰ ਦੱਸਦੇ ਸੀ ਕਿਉਂਕਿ ਹੈਲਥ ਡਿਪਾਰਟਮੈਂਟ ਮਿਲ ਕੇ ਵੀ ਤੁਸੀਂ ਇਸ ਪੈਸੇ ਨੂੰ ਖਰਚ ਦਿਓ, ਖਰਚ ਕੇ ਤੁਹਾਨੂੰ ਫਿਰ ਅੱਗੇ ਮਿਲੇਗਾ, ਨਹੀਂ ਤਾਂ ਤੁਹਾਡਾ ਕਿਉਂਕਿ ਮੈਂ ਆਡਿਟ ਅਫਸਰ ਵੀ ਸੀ ਇਸ ਕਰਕੇ ਮੈਨੂੰ ਪਤਾ ਸੀ ਵੀ ਅੱਗੇ ਮਿਲੇਗਾ ਨਹੀਂ ਇਹ। ਅਤੇ ਮੈਨੂੰ ਇਹ ਵੀ ਪਤਾ ਸੀ ਵੀ ਇਹਦੇ ਵੀ ਡਾਈਵਰਸ਼ਨ ਆਫ ਫੰਡ ਹੈ ਜਿਹੜਾ ਡਾਈਵਰਸ਼ਨ ਆਫ ਫੰਡ ਨੂੰ ਵੀ ਉਹ ਪੂਰਾ ਨਹੀਂ ਹੋਣ ਦੇਣਗੇ। ਆਲਮੋਸਟ ਅਨਯੂਟੀਲਾਈਜੇਸ਼ਨ ਆਫ ਫੰਡਸ ਹੈ, ਉਹਨੂੰ ਖਰਚਿਆ ਨਹੀਂ ਜਾ ਰਿਹਾ। ਜੇ ਖਰਚਣ ਅੱਛਾ ਮੋਰਓਵਰ ਉਹਨਾਂ ਦੀ ਇਹ ਇਕੱਲੀ ਉਹੀ ਡਿਊਟੀ ਨਹੀਂ ਹੈ, ਡਿਸਟ੍ਰਿਕਟ ਲੈਵਲ ਸੁਸਾਇਟੀ ਸਟੇਟ ਲੈਵਲ ਸੁਸਾਇਟੀ ਇਹ ਵੀ ਡਿਊਟੀ ਹੈ ਕਿ ਉਹਨਾਂ ਦੇ ਦੁੱਖ ਸੁੱਖ ਵੀ ਸੁਣਨ, ਉਹਨਾਂ ਨੂੰ ਸਮਾਜ ਦੀ ਮੁਕਤਾ ਨਾਲ ਜੋੜਨ ਲਈ ਉਹ ਉਪਰਾਲੇ ਕਰਨ। ਉਹ ਨਹੀਂ ਕਰਦੇ। ਜਿਸ ਤਰ੍ਹਾਂ ਰੋਪੜ ਦੇ BPL ਕਾਰਡ ਬਣਨੇ ਸੀ ਉਹ ਗਏ ਹੀ ਨਹੀਂ ਬਿਲਕੁਲ ਵੀ। ਸਰਕਾਰ ਦਾ ਸਹਿਯੋਗ ਮਿਲਿਆ ਕਿਉਂਕਿ ਜਿਹੜੇ ਤੁਸੀਂ ਕੰਮ ਕਰ ਰਹੇ ਸੀ ਸੁਸਾਇਟੀ ਵਾਸਤੇ ਕਰ ਰਹੇ ਸੀ, 1000 ਤੋਂ ਵੱਧ ਪੇਸ਼ੈਂਟਸ ਦਾ ਤੁਸੀਂ ਇਲਾਜ ਕਰ ਚੁੱਕੇ ਹੋ, ਤੇ ਸਰਕਾਰ ਦਾ ਕਿੱਦਾਂ ਕੀ ਸਹਿਯੋਗ ਮਿਲਿਆ, ਚਾਹੇ ਉਹ ਸਟੇਟ ਗਵਰਨਮੈਂਟ ਹੋਵੇ ਜਾਂ ਫਿਰ ਸੈਂਟਰ ਗਵਰਨਮੈਂਟ? ਸਰਕਾਰ ਦਾ ਤਾਂ ਪੂਰਾ ਸਹਿਯੋਗ ਹੁੰਦਾ ਸੀ ਕਿਉਂਕਿ ਮੈਂ ਸਰਕਾਰ ਨੂੰ ਹਮੇਸ਼ਾ ਸਰਕਾਰ ਦੇ ਨਾਲ ਚੱਲਦਾ ਸੀ ਕਿਉਂਕਿ ਉਹਨਾਂ ਨੇ ਮੈਨੂੰ ਸਟੇਟ ਲੈਵਲ ਸੁਸਾਇਟੀ ਦਾ ਮੈਂਬਰ ਵੀ ਬਣਾਇਆ ਸੀ ਅਤੇ ਮੈਂ ਉਹਨਾਂ ਨੂੰ ਪੁਆਇੰਟ ਆਊਟ ਜੋ ਕਰਦਾ ਸੀ ਕਿ ਮੈਡੀਕਲ ਲੈਜਿਸਲੇਸ਼ਨ ਲਾਗੂ ਕਰ ਦਿਓ ਅਤੇ ਸਟ੍ਰਿਕਟ ਲੈਜਿਸਲੇਸ਼ਨ ਲਾਗੂ ਕਰ ਦਿਓ ਤਾਂ ਕਿ ਇਹਨਾਂ ਦਾ ਵਿਤਕਰਾ ਨਾ ਹੋਵੇ। ਅਤੇ ਕੁਛ ਕਾਨੂੰਨ ਐਸੇ ਸੀ ਉਹ ਇੱਕਦਮ ਬਦਲੇ ਵੀ ਨਹੀਂ ਸੀ ਜਾ ਸਕਦੇ ਅਤੇ ਹੁਣ ਸਰਕਾਰ ਦੇ ਨੋਟਿਸ ਸਾਰੀਆਂ ਗੱਲਾਂ ਆ ਗਈਆਂ ਅਤੇ ਉਹਨਾਂ ਨੇ ਮਤਲਬ ਆਲਮੋਸਟ ਕਾਰਡ ਬਣਾਉਣ ਦੀ ਸਕੀਮ ਵੀ ਪੂਰੀ ਕਰਨ ਦੀ ਤਿਆਰੀ ਕਰ ਲਈ ਹੈ ਅਤੇ ਬਹੁਤ ਸਾਰੇ ਕਾਨੂੰਨ ਜਿਸ ਤਰ੍ਹਾਂ ਰਾਜਸਥਾਨ ਦੇ ਵਿੱਚ ਇਲੈਕਸ਼ਨ ਨਹੀਂ ਲੜ ਸਕਦੇ ਸੀ ਉਹ, ਇਹ ਪਹਿਲਾਂ ਲਿਖਿਆ ਹੋਇਆ ਸੀ ਵਿੱਚ ਉਹਦੇ। ਅਤੇ ਇਸ ਤਰ੍ਹਾਂ ਸਰਕਾਰ ਸੋਚਦੀ ਹੈ ਵੀ ਇਹਨਾਂ ਨੂੰ ਮੁਕਤਧਾਰਾ ਜੋੜਨ ਦੇ ਲਈ ਇਹ ਕਾਨੂੰਨਾਂ ਦੇ ਕੁਛ ਉਹਨਾਂ ਨੇ ਕਾਨੂੰਨ ਨੂੰ ਬਹੁਤ ਰਿਲੈਕਸ ਕਰ ਦਿੱਤਾ, ਪਰ ਹੌਲੀ ਕਰਕੇ ਮੈਨੂੰ ਲੱਗਦਾ ਸਰਕਾਰ ਦਾ ਹਮੇਸ਼ਾ ਮੈਨੂੰ ਵੈਸੇ ਸਾਥ ਮਿਲਿਆ ਕਿਉਂਕਿ ਸਰਕਾਰ ਮੇਰੇ ਕੰਮ ਨੂੰ ਰੈਕੋਗਨਾਈਜ਼ ਜਦੋਂ ਕਰ ਦਿੰਦੀ ਸੀ ਕਿਉਂਕਿ ਮੈਂ ਤਾਂ ਆਪਣੇ ਦੇਸ਼ ਦੇ ਲਈ, ਦੇਸ਼ ਦੀ ਸਰਕਾਰ ਹੈ ਜਿਹੜੀ ਮਰਜ਼ੀ ਸਰਕਾਰ ਹੈ ਅਤੇ ਮੈਂ ਤਾਂ ਆਪਣੇ ਦੇਸ਼ ਲਈ ਕੰਮ ਕਰਦਾ, ਮੈਂ ਤਾਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਖੁਸ਼ੀ ਕਰਨ ਦੇ ਲਈ ਇਹ ਮੈਂ ਆਪਣਾ ਚਾਨਣਾ ਦੇਣ ਦੇ ਲਈ ਇਹ ਇੱਕ ਤਰ੍ਹਾਂ ਦਾ ਦੀਪ ਜਲਾਇਆ। ਤੋ ਇਸ ਕਰਕੇ ਮੈਨੂੰ ਸਰਕਾਰ ਨਾਲ ਤਾਂ ਕਦੇ ਮੈਨੂੰ ਮੇਰੀ ਗੱਲ ਸੁਣਦੇ ਸੀ। 30 ਸਾਲਾਂ ਹੋ ਗਏ ਤੁਹਾਨੂੰ ਇਸ ਕੰਮ ਨੂੰ ਕਰਦੇ ਹੋਏ, ਕੋਈ ਬਦਲਾਅ ਨਜ਼ਰ ਆ ਰਿਹਾ ਲੋਕਾਂ ਦੀ ਸੋਚ ਦੇ ਵਿੱਚ? ਉਹ ਜਿਹੜਾ ਇੱਕ ਸਟਿਗਮਾ ਸੀ ਉਹ ਹਟ ਗਿਆ ਜਾਂ ਹਾਲੇ ਵੀ ਤੁਹਾਨੂੰ ਲੱਗਦਾ ਹੈ ਕਿ ਹੋਰ ਲੋੜ ਹੈ ਲੋਕਾਂ ਨੂੰ ਆਪਣੀ ਸੋਚ ਬਦਲਣ ਦੀ? ਜਦੋਂ ਅਸੀਂ 32 ਸ਼ੁਰੂ 'ਚ ਕੀਤਾ ਸੀ ਉਸ ਟਾਈਮ ਉਹ ਆਉਣ ਤੋਂ ਡਰਦੇ ਸੀ। ਜਦੋਂ ਅਸੀਂ ਬਹੁਤ ਸਾਰੀ ਨਿਊਜ਼ ਲਗਾਤੀ ਅਤੇ ਮੀਡੀਆ ਨੇ ਸਾਡੇ ਮੈਸੇਜ ਕਨਵੇ ਕਰਤੇ ਅਤੇ ਉਹ ਤੋਂ ਬਾਅਦ ਅਸੀਂ ਸੈਮੀਨਾਰਸ ਦੁਆਰਾ ਇਹ ਦੱਸਣਾ ਸ਼ੁਰੂ ਕੀਤਾ ਅਤੇ ਪੰਚਾਇਤਾਂ ਨੂੰ ਇਹ ਦੱਸਿਆ ਅਤੇ ਸਭ ਤੋਂ ਜ਼ਿਆਦਾ ਅਸਰ ਜਿਹੜਾ ਹੈ ਨਾ ਉਹ ਸਕੂਲਾਂ 'ਚ ਹੋਇਆ। ਸਕੂਲਾਂ ਦੇ ਵਿੱਚ ਸਕੂਲ ਦੇ ਬੱਚੇ ਉਸ ਸਿਸਟਮ ਸਮਝ ਆਉਂਦੇ, ਸਿੰਪਟਮ ਸਮਝ ਆਉਂਦੇ ਸੀ ਅਤੇ ਅਸੀਂ ਸਕੂਲਾਂ 'ਚ ਜਾ ਕੇ ਵੀ ਬੱਚਿਆਂ ਨੂੰ ਮਾਸ ਐਜੂਕੇਟ ਕਰਨ ਦੀ ਕੋਸ਼ਿਸ਼ ਕਰਦੇ ਸੀ ਅਤੇ ਉਹ ਬਹੁਤ ਜ਼ਿਆਦਾ ਇਫੈਕਟਿਵ ਸੀ। ਕਿਉਂਕਿ ਮੈਂ ਸੋਚਦਾ ਮੈਂ ਸਰਕਾਰ ਨੂੰ ਮੇਰੀ ਇਹ ਇੱਕ ਦਰਖਾਸਤ ਹੈ ਕਿ ਜੋ ਪਬਲਿਕ ਹੈਲਥ ਐਕਚੁਅਲੀ ਇਹ ਪਬਲਿਕ ਹੈਲਥ ਦੀ ਬਿਮਾਰੀ ਹੈ। ਇਹ ਲੈਪਰੋਸੀ ਨੂੰ ਲੱਗਣ ਤੋਂ ਪਹਿਲਾਂ ਅਰਲੀ ਇੰਟਰਵੈਂਸ਼ਨ, ਅਰਲੀ ਡਿਟੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ। ਜੇ ਅਰਲੀ ਇੰਟਰਵੈਂਸ਼ਨ ਦੁਆਰਾ ਪਤਾ ਲੱਗੇ ਇੱਥੇ ਇੰਨੇ ਕੁਸ਼ਟ ਰੋਗੀ ਹੈ ਅਤੇ ਅਰਲੀ ਡਿਟੈਕਸ਼ਨ ਹੋ ਜਾਏ, ਉਹਨਾਂ ਨੂੰ ਐਮੀਡੀਟੀ ਦੇ ਦਿੱਤੀ ਜਾਏ ਤਾਂ ਉਹਨਾਂ ਦਾ ਅੰਗ ਨਰਵ ਡੈਮੇਜ ਨਹੀਂ ਹੋਏਗੀ ਅਤੇ ਨੰਬਰ 2 ਉਹਨਾਂ ਨੂੰ ਇਹ ਬਿਮਾਰੀ ਇਨਫੈਕਸ਼ੀਅਸ ਨਹੀਂ ਰਹੇਗੀ। ਤੋ ਇਸ ਤਰ੍ਹਾਂ ਨਾਲ ਜੋ ਸਰਕਾਰ ਦਾ ਜੋ ਪ੍ਰੋਗਰਾਮ ਹੈ ਅਸੀਂ ਕਦੇ ਵੈਸੇ ਸੁਸਾਇਟੀਆਂ ਨੂੰ ਤਾਂ ਕਦੇ ਨਹੀਂ ਸੀ ਮਿਲਦੇ ਕਿਉਂਕਿ ਅਸੀਂ ਆਪਣੇ ਹਿਸਾਬ ਨਾਲ ਕੰਮ ਕਰਦੇ ਸੀ, ਪਰ ਜਦੋਂ ਸਰਕਾਰ ਸਾਡੀ ਗੱਲ ਨੂੰ ਸਮਝ ਆਉਂਦੀ, ਜਦੋਂ ਵੀ ਅਸੀਂ ਉਹਨੂੰ ਦੱਸਦੇ ਸੀ ਕਿਉਂਕਿ ਸਾਡਾ ਕੋਰ ਲੈਵਲ 'ਤੇ ਸੁਸਾਇਟੀ 'ਤੇ ਕੰਮ ਹੈ ਅਤੇ ਸਰਕਾਰ ਦਾ ਪਲੈਨਿੰਗ ਕਰਨ ਦਾ ਕੰਮ ਹੈ ਅਤੇ ਪਲਾਨ ਐਕਚੁਅਲੀ ਇਹ ਡਿਊਟੀ NGO ਦੀ ਹੀ ਹੈ। NGO ਨੂੰ ਚਾਹੀਦਾ ਕਿ ਉਹੀ ਸਰਕਾਰ ਨੂੰ ਦੱਸੇਗਾ। ਅਸੀਂ ਦੱਸ ਰਹੇ ਸੀ ਫੋਰਨ ਕੰਮ ਚੱਲ ਰਿਹਾ ਸੀ, ਫੋਰਨ ਕੰਟਰੀ ਦੇ ਵਿੱਚ ਜਿੰਨੇ NGOs ਹੈ ਨਾ ਉਹ ਰਿਸਪੌਂਸੀਬਲ ਹੈ, ਸਰਕਾਰ ਨੂੰ ਉਹ ਦੱਸ ਦਿੰਦੇ ਵੀ ਇੱਥੇ ਇੰਨੀ ਚੇਂਜ ਹੋਣ ਦੀ, ਹੈਲਥ ਔਰ ਹੈਲਥ ਐਜੂਕੇਸ਼ਨ ਹੈਲਥ ਪਾਲਿਸੀ ਚੇਂਜ ਹੋਣ ਦੀ ਲੋੜ ਹੈ ਥੋੜ੍ਹੀ, ਕਿ ਜੇਕਰ ਜੋ ਪਬਲਿਕ ਹੈਲਥ ਹੈ ਇਹਨੂੰ ਐਲੀਮੈਂਟਰੀ ਲੈਵਲ 'ਤੇ ਲਾਗੂ ਕਰ ਦੇਣਾ ਚਾਹੀਦਾ ਅਤੇ ਪਬਲਿਕ ਹੈਲਥ ਯੂਨੀਵਰਸਿਟੀ ਬਣਨੀ ਚਾਹੀਦੀ ਹੈ ਅਤੇ ਬੈਚਲਰ ਆਫ ਪਬਲਿਕ ਹੈਲਥ ਲਾਗੂ ਹੋਣਾ ਚਾਹੀਦਾ ਕਿਉਂਕਿ ਜੋ ਐਪੀਡੈਮੋਲੋਜਿਸਟ ਲੱਗੇ ਡਾਟਾ ਕਲੈਕਸ਼ਨ, ਡਾਟਾ ਐਨਾਲਾਈਸਿਸ, ਡਾਟਾ ਰਿਪੋਰਟਸ, ਫਿਰ ਪਤਾ ਲੱਗੇਗਾ ਨਾ ਕਿੰਨੇ ਕੁਸ਼ਟ ਰੋਗੀ ਹੈ ਕਿਉਂਕਿ ਉਹਦੇ ਵਿੱਚ ਉਹ ਪ੍ਰੋਜੈਕਟ ਦੇ ਵਿੱਚ ਜਦੋਂ ਡਾਟਾ ਕਲੈਕਸ਼ਨ ਹੋ ਜਾਏਗੀ, ਹਾਲੇ ਤਾਂ ਬਾਹਰ ਦੇ ਜੋ ਆ ਰਹੇ ਉਹਨਾਂ ਦੀ ਗਿਣਤੀ ਹੋ ਜਾਂਦੀ ਹੈ ਕਿਉਂਕਿ 4000 ਕੁਸ਼ਟ ਰੋਗੀ ਤਾਂ ਲੁਧਿਆਣੇ ਦੇ ਸਲਮ 'ਚ ਹੀ ਹੋਣਗੇ
ਐਂਡ ਇੱਕ ਵਾਰ ਮੈਂ ਪ੍ਰੂਵ ਕਰ ਦਿੱਤਾ ਵੀ ਇੱਥੇ ਹੈਗੇ ਆ ਇੰਨੇ ਤੇ ਤਾਂ ਬਿਲਕੁਲ ਤੁਸੀਂ ਦੇਖਿਆ ਕਿ ਪ੍ਰੇਮ ਸਿੰਘ ਨੂੰ ਸਿਰਫ ਜਿਹੜੇ ਹੈ ਪਦਮ ਸ਼੍ਰੀ ਹੀ ਨਹੀਂ ਮਿਲਾ, ਇਸ ਤੋਂ ਪਹਿਲਾਂ ਵੀ ਕਈ ਅਵਾਰਡਸ ਦੇ ਨਾਲ ਉਹਨਾਂ ਨੂੰ ਨਵਾਜ਼ਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਪੂਰਵ ਸਾਬਕਾ ਜਿਹੜੇ ਰਾਸ਼ਟਰਪਤੀ ਅਬਦੁਲ ਕਲਾਮ ਆਜ਼ਾਦ ਤੋਂ ਲੈ ਕੇ ਹੋਰ ਤੁਸੀਂ ਤਸਵੀਰਾਂ ਦੇਖੋ ਕਿ ਇਹਨਾਂ ਨੂੰ ਆਪਣੇ ਕੰਮ ਵਾਸਤੇ ਜਿਹੜਾ ਹੈ ਨਵਾਜ਼ਿਆ ਗਿਆ ਹੈ, ਕਿਉਂਕਿ ਇੱਕ ਸਮਾਜ ਭਲਾਈ ਦਾ ਉਹ ਕੰਮ ਕਰ ਰਹੇ ਸੀ ਤੇ ਇਸ ਲੰਬੀ ਲੜਾਈ ਦੇ ਵਿੱਚ ਕਾਫੀ ਕੁਝ ਚੇਂਜਸ ਉਹਨਾਂ ਦੇਖੇ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਸਰਕਾਰ ਹੈ ਉਹਨਾਂ ਦਾ ਸਹਿਯੋਗ ਉਹਨਾਂ ਨੂੰ ਮਿਲਿਆ ਹੈ। ਉਹਨਾਂ ਦੇ ਬੱਚੇ ਵੀ ਇੱਥੇ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਕਿਉਂਕਿ ਉਹ ਵੀ ਆਪਣੇ ਪਿਤਾ ਦੀ ਮਦਦ ਕਰ ਰਹੇ ਤੇ ਸ਼ੁਰੂਆਤ ਤੋਂ ਹੀ ਮਦਦ ਕਰ ਰਹੇ ਨੇ ਕਿ ਬਚਪਨ ਤੋਂ ਹੀ ਦੇਖਦੇ ਆ ਰਹੇ ਸੀ ਕਿ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਕਿੱਦਾਂ ਮਤਲਬ ਫਾਦਰ ਕਿੱਦਾਂ ਕੰਮ ਕਰ ਰਹੇ ਨੇ ਤੇ ਇਸ ਕਰਕੇ ਸਰ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਜੋ ਪਬਲਿਕ ਹੈਲਥ ਹੈ ਨਾ ਇਸ ਨੂੰ ਐਲੀਮੈਂਟਰੀ ਲੈਵਲ ਤੇ ਜਿਵੇਂ ਪਹਿਲਾਂ ਹਾਈਜੀਨ ਫਿਜ਼ੀਓਲੋਜੀ ਪੜ੍ਹਾਈ ਜਾਂਦੀ ਸੀ ਇਸ ਤਰ੍ਹਾਂ ਪੜ੍ਹਾਈ ਜਾਵੇ। ਬੱਚਿਆਂ ਨੂੰ ਪਹਿਲਾਂ ਤੋਂ ਹੀ ਪਬਲਿਕ ਹੈਲਥ ਦਾ ਪਤਾ ਲੱਗ ਜਾਵੇ, ਬਿਮਾਰੀ ਲੱਗਣ ਤੋਂ ਪਹਿਲਾਂ ਇੰਟਰਵੈਂਸ਼ਨ ਹੋ ਸਕਦੀ ਹੈ ਤੇ ਬੈਚਲਰ ਆਫ ਪਬਲਿਕ ਹੈਲਥ ਜੋ ਨਾ ਯੂਨੀਵਰਸਿਟੀਆਂ ਦੇ ਵਿੱਚ ਲਾਗੂ ਕਰ ਦੇਣੀ ਚਾਹੀਦੀ ਹੈ। ਇੱਕ ਪਬਲਿਕ ਹੈਲਥ ਯੂਨੀਵਰਸਿਟੀ ਜਿਸ ਤਰ੍ਹਾਂ ਕਿ ਫਿਲੌਰ ਦੇ ਵਿੱਚ ਟ੍ਰੇਨਿੰਗ ਸੈਂਟਰ ਜਿਹੜਾ ਸੀ ਉਹ ਪਬਲਿਕ ਹੈਲਥ ਯੂਨੀਵਰਸਿਟੀ ਚੇਂਜ ਹੋ ਗਿਆ ਤੇ ਸਾਰੇ ਜਿਤਨੇ ਪੁਲਿਸ ਦੇ ਆਫੀਸਰਸ ਸਾਰਿਆਂ ਨੂੰ ਪੜ੍ਹਾਈ ਉੱਥੇ ਉਹਨਾਂ ਨੂੰ ਲਾ ਦਾ ਪੂਰਾ ਨੌਲੇਜ ਹੋ ਗਿਆ। ਨਾਓ ਫਿਲੌਰ ਇਜ਼ ਏ ਪੁਲਿਸ ਯੂਨੀਵਰਸਿਟੀ। ਸਿਮਿਲਰਲੀ ਪਬਲਿਕ ਹੈਲਥ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਤੇ ਪਬਲਿਕ ਜਿਸ ਤਰ੍ਹਾਂ ਕਿ ਐਪੀਡੈਮੋਲੋਜਿਸਟ ਲੱਗਦੇ ਹੈ ਤੇ NRHM ਨੇ ਕਿਆ ਕੀਤਾ ਹੋਇਆ ਤੇ ਐਪੀਡੈਮੋਲੋਜੀ ਦੀ ਕੁਆਲੀਫਿਕੇਸ਼ਨ MBBS ਮਾਸਟਰ ਆਫ ਪਬਲਿਕ ਹੈਲਥ ਰੱਖੀ ਹੋਈ ਹੈ। ਵੇਅਰਐਜ਼ MBBS ਨੂੰ ਉਸ ਦਾ ਬਿਲਕੁਲ ਨਹੀਂ ਪਤਾ ਕਿ ਪਬਲਿਕ ਹੈਲਥ ਕਿਆ ਹੈ, ਜਾਂ ਤਾਂ ਪਬਲਿਕ ਹੈਲਥ ਨੂੰ ਪੂਰਾ ਪੜ੍ਹੇ ਤੇ ਉਹ ਇਸ ਤਰ੍ਹਾਂ ਸਥਿਤੀ ਦੇ ਵਿੱਚ ਬੈਚਲਰ ਪਬਲਿਕ ਹੈਲਥ ਜਦ ਤੱਕ ਬੈਚਲਰ ਪਬਲਿਕ ਹੈਲਥ ਨਹੀਂ ਆਉਂਦੇ ਤੇ ਇਹਨਾਂ ਨੂੰ ਮਾਸਟਰ ਆਫ ਪਬਲਿਕ ਹੈਲਥ ਨੂੰ ਇਸ ਦੇ ਵਿੱਚ ਲਗਾਉਣਾ ਚਾਹੀਦਾ। ਉਹਦੇ ਬੈਚਲਰ ਆਫ ਪਬਲਿਕ ਹੈਲਥ ਉਸ ਦੇ ਵਿੱਚ BDS ਨੂੰ ਵੀ ਲਗਾ ਦਿੰਦੇ, ਈਵਨ ਆਯੁਰਵੈਦਿਕ ਡਾਕਟਰ ਨੂੰ ਵੀ ਲਗਾ ਦਿੰਦੇ ਤੇ ਉਹ ਜੋ ਡਾਕਟਰ ਹੈ ਉਹ ਉਹਨਾਂ ਨੂੰ ਬਿਲਕੁਲ ਇਸ ਦੀ ਐਪੀਡੈਮੋਲੋਜੀ ਨੌਲੇਜ ਨਹੀਂ। ਐਪੀਡੈਮੋਲੋਜੀ ਪਬਲਿਕ ਹੈਲਥ ਹੈ, ਪਬਲਿਕ ਹੈਲਥ ਐਜੂਕੇਸ਼ਨ ਹੈ, ਪਬਲਿਕ ਹੈਲਥ ਪॉलिसी है, एपिडेमोलॉजी है, एपिडेमोलॉजी डाटा कलेक्शंस है और बायोस्टैटिस्टिक्स है, उन्होंने बिल्कुल पता नहीं लग सकती। तो जो बैचलर पब्लिक हैल्थ है ना इसनों हर एक जगह ते लागू कर, जिस तरह बाकी दी नॉन मैडिकल पढ़ाई जाती है ना। जेकर फॉरेन कंट्री दे विच अमेरिका दे विच एक पब्लिक हैल्थ इंस्पैक्टर दी पोस्ट है, उस ते पब्लिक हैल्थ इंस्पैक्टर सारी बीमारी की डिटेक्शन करके दे दिंदा। ते इस तरह जिस तरह तमिलनाडु उन्होंने तमिलनाडु दे विच तमिलनाडु पब्लिक हैल्थ सर्विस बना दी है। इस तरह के ना जिदा पंजाब पब्लिक हैल्थ सर्विस, हरियाणा पब्लिक हैल्थ सर्विस, इन्हों ये रिस्पोंसिबिलिटी मिलनी चाहिए। ये डिपार्टमेंट का जुदा मिनिस्टर तो जुदा डिपार्टमेंट होना चाहिए तो ताकि बीमारी लगने तो पहला ही खत्म करता जाए। तो जो ये बीमारियां वाटर बॉर्न डिजीज़ है और जो ये लेप्रोसी TB इन्हों के डाटा कलैक्शन के जो प्रोजैक्ट्स है, प्रोजैक्ट्स भी प्रॉपर उस फीडबैक नहीं होएगा जब तक पब्लिक हैल्थ वाले फीडबैक कर सकते हैं। ओनली पब्लिक हैल्थ पीपल आर एक्सपर्ट। उन्होंने ये किया है जे फॉरेन कंट्री जे ये बिल्कुल मन्या जा चुका है कि लेप्रोसी इज ए पब्लिक हैल्थ डिजीज़। पब्लिक हैल्थ क्या है? अर्ली इंटरवेंशन अर्ली डिटेक्शन। जे अर्ली इंटरवेंशन तो अर्ली डिटेक्शन होगी तो उससे बीमारी लगेगी नहीं। They will take immunity and there will be no nerve damage. There will not be multiple disability तो बचाया जा सकता है। जिस तरह जो ये बहुत ही ज़्यादा जरूरी है कि पब्लिक हेल्थ को बहुत ज़्यादा बढ़ावा देता जाए ना ते बहुत ही तो साडा भी एक काम है, वी आर फाइटिंग अगेंस्ट द इंटरनल एग्रैशन ऑफ द डिजीज़। असी उस अग्रैशन बीमारी का अग्रैशन होया, अग्रैशन दे विच असी काम कर रहे हैं। असली ਜਿਹੜੀ ਚੀਜ਼ਾਂ ਅਸੀਂ ਫੀਲਡ ਦੇ ਵਿੱਚ ਦੇਖਦੇ ਹਾਂ ਜਿਹੜੀਆਂ तो जिस तरह प्रोजैक्ट्स है, प्रोजैक्ट्स ਦੇ ਵਿੱਚ ਤਾਂ ਮੈਡੀਕਲ ਆਡਿਟ ਹੋਣਾ ਚਾਹੀਦਾ। ਮੈਡੀਕਲ ਆਡਿਟ ਉਹਨਾਂ ਡਾਟਾ ਕਲੈਕਟ ਕੀਤਾ, ਕਿੱਥੋਂ ਕੀਤਾ, कैसा सी वो डाटा, वैदर वो डाटा ठीक सी। और ये जो डाटा कलैक्शन है और जो मैडिकल ऑडिट है ये हैड ऑफ द स्टेट के कोल होना चाहिए। इस तरह इंडियन पब्लिक हैल्थ सर्विस भी इंट्रोड्यूस की जा सकती है, बीमारी हट जाएगी। ਬੀਇੰਗ ਅ ਫੀਮੇਲ ਹੈ ਨਾ ਤੇ ਤੁਸੀਂ ਕੁਸ਼ਟ ਰੋਗੀਆਂ ਦੇ ਨਾਲ ਕੰਮ ਕਰਦੇ ਹੋ, ਇੱਕ ਸਟਿਗਮਾ ਸਾਡੀ ਸੋਸਾਇਟੀ 'ਚ ਅੱਜ ਵੀ ਹੈ। ਪੜ੍ਹੇ ਲਿਖੇ ਲੋਕ ਵੀ ਅੱਜ ਕੱਲ੍ਹ ਇਸ ਚੀਜ਼ ਨੂੰ ਹਲੇ ਤੱਕ ਇਹ ਨਹੀਂ ਮੰਨਦੇ ਕਿ ਇਹ ਇੱਕ ਬਿਮਾਰੀ ਹੈ। ਉਹ ਸੋਚਦੇ ਹੈ ਕਿ ਇਹ ਪਿਛਲੇ ਜਨਮ ਤੋਂ ਜਾਂ ਤੁਹਾਡੇ ਜਿਹੜੇ ਬੁਰੇ ਕਰਮ ਹੈ ਉਸ ਦਾ ਨਤੀਜਾ ਹੈ। ਤੇ ਤੁਸੀਂ ਜਦ ਇਸ ਕੰਮ ਵਿੱਚ ਆਏ, ਛੋਟੇ ਜਿਹੇ ਸੀਗੇ, ਤਦ ਕੀ ਰਿਐਕਸ਼ਨ ਸੀ, ਹੁਣ ਕੀ ਰਿਐਕਸ਼ਨ ਤੁਹਾਨੂੰ ਮਹਿਸੂਸ ਹੁੰਦਾ ਹੈ? ਐਕਚੁਅਲੀ ਜਦੋਂ ਮੈਂ ਛੋਟੇ ਹੁੰਦੇ ਕੰਮ ਕਰਦੀ ਸੀ ਉਦੋਂ ਤੋਂ ਮੈਂ ਪਾਪਾ ਦੀ ਦੇਖਾ ਦੇਖੀ ਹੀ ਕਰਦੀ ਸੀ, ਕਿਉਂਕਿ ਮੈਂ ਪਾਪਾ ਦੇ ਨਾਲ ਬਹੁਤ ਜ਼ਿਆਦਾ ਅਟੈਚਡ ਹਾਂ। ਜੋ ਵੀ ਉਹ ਕੰਮ ਕਰਦੇ ਹੈ ਤਾਂ ਮੈਂ ਉਹ ਨਾਲ ਕਰਦੀ ਸੀਗੀ। ਅਤੇ ਉਹਨਾਂ ਨੂੰ ਐਕਚੁਅਲੀ ਬੇਸਿਕਲੀ ਜਿਹੜਾ
ਪੇਪਰ ਦਾ ਕੰਮ ਹੁੰਦਾ ਸੀਗਾ ਉਹ ਸਾਰਾ ਮੈਨੂੰ ਦੇ ਦਿੰਦੇ ਸੀਗੇ ਕਿ ਫਾਈਲਸ ਤੂੰ ਸੰਭਾਲ ਕੇ ਰੱਖਣੀ ਹੈ, ਕੰਪਾਈਲ ਕਰਨੀ ਹੈ, ਲਿਖਣਾ ਹੈ ਕੁਝ, ਤਾਂ ਮੈਂ ਲਿਖਦੀ ਸੀਗੀ। ਅਤੇ ਫਿਰ ਇੱਦਾਂ ਕਰਦੇ ਕਰਦੇ ਛੋਟੇ ਹੁੰਦੇ ਤੋਂ ਫਿਰ ਮੈਂ ਵੇਖਿਆ ਕਿ ਇਹ ਬਹੁਤ ਅੱਛਾ ਕੰਮ ਕਰ ਰਹੇ ਆ ਕਿ ਜਿਵੇਂ ਇਸ ਦੇ ਨਾਲ ਕਿਸੇ ਦਾ ਭਲਾ ਹੁੰਦਾ ਹੈ। ਅਤੇ ਫਿਰ ਐਕਚੁਅਲੀ ਜਦੋਂ ਅਸੀਂ ਕਿਸੇ ਦਾ ਕੰਮ ਕਰਦੇ ਹਾਂ ਤਾਂ ਰਾਤ ਨੂੰ ਫਿਰ ਸਾਨੂੰ ਬਹੁਤ ਅੱਛੀ ਨੀਂਦ ਆਉਂਦੀ ਹੈ ਅਤੇ ਕੋਈ ਸਟਰੈਸ ਨਹੀਂ ਹੁੰਦੀ। ਬੇਸਿਕਲੀ ਫਿਰ ਸਟਰੈਸ ਆਪਣੀ ਦੂਰ ਹੁੰਦੀ ਹੈ ਜਦੋਂ ਅਸੀਂ ਕਿਸੇ ਦਾ ਕੰਮ ਕਰੀਏ। ਹੋਰ ਸਟਰੈਸ ਦੇ ਜਿਵੇਂ ਚਾਹੇ ਭਾਵੇਂ ਮੈਂ ਮੈਡੀਟੇਸ਼ਨ ਵੀ ਕਰ ਲਵਾਂ, ਕੁਛ ਹੋਰ ਵੀ ਕਰਾਂ, ਪਰ ਜਦੋਂ ਤੱਕ ਅਸੀਂ ਕਿਸੇ ਹੋਰ ਦਾ ਕੰਮ ਨਹੀਂ ਕਰਦੇ ਉਦੋਂ ਤੱਕ ਅੰਦਰ ਸਾਡੀ ਅੰਤਰ-ਆਤਮਾ ਨੂੰ ਜ਼ਿਆਦਾ ਖੁਸ਼ੀ ਨਹੀਂ ਮਿਲਦੀ, ਸੈਟਿਸਫੈਕਸ਼ਨ ਨਹੀਂ ਹੁੰਦੀ। ਅਤੇ ਇਸ ਕੰਮ ਦੇ ਨਾਲ ਮੈਂ ਵੇਖਿਆ ਮੇਰੇ ਪਾਪਾ ਵੀ ਬੜੇ ਸੈਟਿਸਫਾਈ ਰਹਿੰਦੇ ਸੀਗੇ ਅਤੇ ਮੈਂ ਵੀ ਪਾਪਾ ਦੇ ਨਾਲ ਛੋਟੇ ਹੁੰਦੇ ਤੋਂ ਕੰਮ ਕਰਦੀ ਰਹੀ ਹਾਂ ਇਹ। ਅਤੇ ਜਦੋਂ ਵੱਡੀ ਹੁੰਦੀ ਗਈ ਫਿਰ ਪਾਪਾ ਨੇ ਮੈਨੂੰ ਇਸ ਫੀਲਡ ਵਿੱਚ ਮੈਨੂੰ ਸਮਝਾਇਆ ਕਿ ਇਸ ਫੀਲਡ ਨੂੰ ਪੜ੍ਹਨਾ ਵੀ ਚਾਹੀਦਾ ਤਾਂ ਕਿ ਟੈਕਨੀਕਲ ਨੌਲੇਜ ਹੋਵੇ ਮੇਰੇ ਕੋਲ। ਬਿਕੋਜ਼ ਜਸਟ ਮੈਂ ਪ੍ਰੀਵੈਂਟ ਕਰਕੇ, ਅਵੇਅਰ ਕਰਕੇ, ਜਿਵੇਂ ਲੋਕਾਂ ਨੂੰ ਥੋੜ੍ਹਾ ਸਮਝਾ ਕੇ ਕਿ ਕੀ ਬਿਮਾਰੀ ਹੈ, ਉਦੋਂ ਤੱਕ ਨਹੀਂ ਪੂਰਾ ਸਮਝਾ ਸਕਦੀ ਜਦੋਂ ਤੱਕ ਮੈਨੂੰ ਖੁਦ ਉਸ ਦੀ ਨੌਲੇਜ ਨਹੀਂ ਹੈ। ਅਤੇ ਹੁਣ ਮੈਨੂੰ ਉਸ ਦੀ ਇੰਨੀ ਜ਼ਿਆਦਾ ਨੌਲੇਜ ਹੈ ਕਿ ਮੈਂ ਪੂਰਾ ਬੇਸਿਕਲੀ ਮੈਂ ਇਸਦੀ ਪੋਲਿਸੀ 'ਤੇ ਵੀ ਵਰਕ ਕਰ ਸਕਦੀ ਹਾਂ, ਜਿਵੇਂ ਮੈਂ ਪ੍ਰੋਗਰਾਮਸ ਵੀ ਬਣਾ ਸਕਦੀ ਹਾਂ ਇਸਦੇ। ਜਿਵੇਂ ਮੈਂ NGO ਵਿੱਚ ਆਪਣੇ 'ਚ ਕੋਈ ਇੱਦਾਂ ਦਾ ਪ੍ਰੋਗਰਾਮ ਡਿਵੈਲਪ ਕਰ ਸਕਦੀ ਹਾਂ ਕਿ ਅਸੀਂ ਐਟਲੀਸਟ ਜਿਵੇਂ ਆਪਣੇ ਟਰਾਈ ਸਿਟੀ ਵਿੱਚੋਂ ਤਾਂ ਮੈਂ ਕਮਿਊਨੀਕੇਬਲ ਡਿਜ਼ੀਜ਼ਸ 'ਤੇ ਪੂਰਾ ਪ੍ਰੋਪਰ ਕੰਮ ਕਰ ਸਕਦੀ ਹਾਂ। ਜਦ ਪਾਪਾ ਨੂੰ ਹੁਣ ਅਵਾਰਡ ਮਿਲ ਚੁੱਕਿਆ ਹੈ ਅਤੇ ਹੌਸਲਾ ਅਫਜ਼ਾਈ ਹੋਰ ਹੋਈ ਹੈ ਜਾਂ ਲੱਗਦਾ ਹੈ ਕਿ ਹੁਣ ਕਿਸੇ ਹੋਰ ਸੈਕਟਰ ਵਿੱਚ ਜਾਣਾ ਚਾਹੀਦਾ, ਲਾਈਕ ਸਮਾਜ ਸੇਵਾ ਦੇ ਵਿੱਚ ਕੋਈ ਹੋਰ ਬਿਮਾਰੀ ਦੇਖਣੀ ਚਾਹੀਦੀ ਹੈ, ਕੁਛ ਇੱਦਾਂ ਲੱਗਦਾ? ਬਿਲਕੁਲ ਐਕਚੁਅਲੀ ਮੈਮ ਜੋ ਅਸੀਂ ਕੰਮ ਕਰ ਰਹੇ ਹਾਂ ਇਹ ਕਮਿਊਨੀਕੇਬਲ ਡਿਜ਼ੀਜ਼ ਹੈ। ਅਤੇ ਕਮਿਊਨੀਕੇਬਲ ਡਿਜ਼ੀਜ਼ ਸਿਰਫ ਲੈਪਰੋਸੀ ਹੀ ਨਹੀਂ ਅਤੇ ਹੋਰ ਵੀ ਬਹੁਤ ਸਾਰੀਆਂ ਨੇ, ਜਿਵੇਂ ਟਿਊਬਰਕਲੋਸਿਸ ਹੈ, ਉਹ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਫੈਲਦੀ ਹੈ। ਇਹ ਬੇਸਿਕਲੀ ਸਲਮਸ ਵਿੱਚ ਜ਼ਿਆਦਾ ਜਲਦੀ ਫੈਲ ਜਾਂਦੀਆਂ ਬਿਕੋਜ਼ ਇਹ ਦੋਨੋਂ ਪਾਵਰਟੀ ਦੀਆਂ ਬਿਮਾਰੀਆਂ ਨੇ, ਗਰੀਬੀ ਨਾਲ ਲੱਗਦੀਆਂ ਨੇ। ਅਤੇ ਕਿਉਂਕਿ ਗਰੀਬ ਲੋਕ ਹੈ ਜਿਹੜੇ ਬਾਹਰ ਨਿਕਲ ਕੇ ਨਹੀਂ ਆਉਂਦੇ, ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਸਟਿਗਮਾ ਅਟੈਚਡ ਹੁੰਦਾ ਅਤੇ ਸਟਿਗਮਾ ਅਟੈਚ ਜਿਹੜਾ ਹੁੰਦਾ ਹੈ ਉਹਨੂੰ ਹਟਾਉਣਾ ਬਹੁਤ ਜ਼ਿਆਦਾ ਈਜ਼ੀ ਕੰਮ ਨਹੀਂ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਨਾਲ ਕੰਮ ਕਰਦੇ ਹੋ ਤੁਹਾਨੂੰ ਕਾਉਂਸਲਿੰਗ ਕਰਨੀ ਪੈਂਦੀ ਹੈ ਅਤੇ ਤੁਸੀਂ ਕਾਉਂਸਲਿੰਗ ਉਦੋਂ ਹੀ ਕਰ ਪਾਓਗੇ ਜੇ ਤੁਸੀਂ ਖੁਦ ਸੈਟਿਸਫਾਈਡ ਹੋਵੋਗੇ। ਅਤੇ ਉਹਨਾਂ ਨੂੰ ਬਾਹਰ ਕੱਢ ਕੇ ਲਿਆਉਣਾ ਅਤੇ ਉਹਨਾਂ ਨੂੰ ਡਾਕਟਰ ਦੇ ਕੋਲ ਲੈ ਕੇ ਜਾਣਾ ਇਹ ਇੱਕ ਬਹੁਤ ਬੜੀ ਜ਼ਿੰਮੇਵਾਰੀ ਹੋ ਜਾਂਦੀ ਹੈ। ਮੈਂ ਤੁਹਾਨੂੰ ਇਹ ਸਵਾਲ ਇਸ ਕਰਕੇ ਪੁੱਛਿਆ ਕਿਉਂਕਿ ਕੁੜੀਆਂ ਦੀ ਫਰੈਂਡਸ ਹੁੰਦੀ ਹੈ ਨਾ, ਅਤੇ ਜਦ ਅਸੀਂ ਕਹਿੰਦੇ ਕਿ ਛੂਆਛੂਤ ਦੀ ਬਿਮਾਰੀ ਹੈ ਅਤੇ ਕੁੜੀਆਂ ਕਹਿੰਦੀਆਂ, ਮਤਲਬ ਉਹਨਾਂ ਦੇ ਘਰ ਦੇ ਕਹਿੰਦੇ ਹੋਣੇ ਕਿ ਇਸ ਕੁੜੀ ਦੇ ਨਾਲ ਨਾ ਰਹੋ, ਇੱਦਾਂ ਤੁਸੀਂ ਫੇਸ ਕੀਤਾ ਆਪਣੀ ਲਾਈਫ ਦੇ ਵਿੱਚ? ਐਕਚੁਅਲੀ ਬੇਸਿਕਲੀ ਜੋ ਮੇਰਾ ਫਰੈਂਡ ਸਰਕਲ ਰਿਹਾ ਹੈ ਅਤੇ ਉਹ ਸਾਰਾ ਠੀਕ ਹੀ ਸੀਗਾ। ਐਕਚੁਅਲੀ ਉਹ ਸਾਰੇ ਪੜ੍ਹੇ ਲਿਖੇ, ਕਿਉਂਕਿ ਮੈਂ ਪਬਲਿਕ ਹੈਲਥ ਕੀਤੀ ਤਾਂ ਉੱਥੇ ਮੇਰੇ ਨਾਲ ਸਾਰੇ ਕਈ ਡਾਕਟਰਸ ਵੀ ਸੀਗੇ, ਜਿਵੇਂ ਆਯੁਰਵੇਦਾ ਦੇ ਡਾਕਟਰਸ ਐਂਡ ਡੈਂਟਿਸਟ, ਦੇ ਆਲ ਨੋ ਅਬਾਊਟ ਦਾ ਕਮਿਊਨੀਕੇਬਲ ਡਿਜ਼ੀਜ਼ ਐਂਡ ਨਾਨ ਕਮਿਊਨੀਕੇਬਲ ਡਿਜ਼ੀਜ਼। ਬਟ ਜਦੋਂ ਅਸੀਂ ਬਾਹਰ ਜਾਂਦੇ ਹਾਂ, ਜਦੋਂ ਬਾਹਰ ਨਿਕਲਦੇ, ਜਿਵੇਂ ਕੋਈ ਸੁਸਾਇਟੀ ਹੈ ਅਤੇ ਉਹਨਾਂ ਨੂੰ ਬਿਲਕੁਲ ਨੌਲੇਜ ਨਹੀਂ ਹੈ, ਭਾਵੇਂ ਕੋਈ MBA ਹੋਵੇ, ਦੇ ਇਵਨ ਡੋਂਟ ਨੋ ਦੈਟ ਵਟ ਇਜ਼ ਅ ਕਮਿਊਨੀਕੇਬਲ ਡਿਜ਼ੀਜ਼, ਦੇ ਕੈਨੋਟ ਲਾਈਕ ਫਾਈਂਡ ਆਊਟ ਕਿ ਇਹ ਠੀਕ ਹੋ ਸਕਦੀਆਂ ਨੇ। ਜਿਵੇਂ ਉਹਨਾਂ ਦੇ ਵਿੱਚ ਕੁਛ ਇੱਦਾਂ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹਨੂੰ ਕਿੱਦਾਂ ਹਟਾਇਆ ਜਾ ਸਕਦਾ, ਕਿ ਇਹਦੀ ਪ੍ਰੀਵੈਂਸ਼ਨ ਹੋ ਸਕਦੀ ਹੈ। ਜਿਵੇਂ ਐਕਚੁਅਲੀ ਸਕਿਨ ਦੀ ਬਿਮਾਰੀ ਹੈ ਤਾਂ ਸਕਿਨ 'ਤੇ ਕੁਛ ਵੀ ਹੋ ਜਾਵੇ, ਭਾਵੇਂ ਕੁਛ ਨਾਰਮਲ ਵੀ ਹੋਵੇ, ਤਾਂ ਸਾਨੂੰ ਬਹੁਤ ਬੁਰਾ ਲੱਗਦਾ ਹੈ। ਅਤੇ ਕੋੜ ਦੀ ਤਾਂ ਇੱਦਾਂ ਦੀ ਬਿਮਾਰੀ ਹੈ ਤਾਂ ਲੋਕ ਸੋਚਦੇ ਕਿ ਇਹ ਤਾਂ ਠੀਕ ਹੀ ਨਹੀਂ ਹੋ ਸਕਦੀ, ਕਿਉਂਕਿ ਇਹਦੇ ਐਕਚੁਅਲੀ ਜਦੋਂ ਇਹ ਅੱਗੇ ਵੱਧ ਜਾਂਦੀ ਹੈ ਨਾ ਤਾਂ ਫਿਰ ਡਿਸੇਬਿਲਿਟੀ ਹੋ ਜਾਂਦੀ ਹੈ, ਤਾਂ ਲੋਕ ਠੀਕ ਨਹੀਂ ਦਿਖਦੇ। ਜਦੋਂ ਕੋਈ ਠੀਕ ਨਹੀਂ ਦਿਖਦਾ ਤਾਂ ਉਹਨੂੰ ਬਹੁਤ ਬੁਰਾ ਲੱਗਦਾ ਹੈ ਅਤੇ ਇਸ ਕਰਕੇ ਲੋਕ ਬਾਹਰ ਨਹੀਂ ਆਉਂਦੇ। ਅਤੇ ਜਦ ਇਹ ਨਾਰਮਲ ਲੋਕਾਂ ਵਿੱਚ ਵੀ ਹੁੰਦੀ ਹੈ ਉਹ ਵੀ ਇਸ ਲਈ ਬਾਹਰ ਨਹੀਂ ਆਉਣਾ ਚਾਹੁੰਦੇ, ਭਾਵੇਂ ਸਕਿਨ ਦੀ ਬਿਮਾਰੀ ਵੀ ਹੋਵੇ ਤਾਂ ਲੋਕ ਦੱਸਣਾ ਨਹੀਂ ਚਾਹੁੰਦੇ ਦੂਜੇ ਨੂੰ। ਅਤੇ ਜਿਹੜੇ ਗਰੀਬ ਲੋਕ ਹੈ ਉਹ ਤਾਂ ਬਿਲਕੁਲ ਹੀ ਨਹੀਂ ਆਉਣਾ ਚਾਹੁੰਦੇ, ਬਿਕੋਜ਼ ਉਹਨਾਂ ਦੇ ਕੋਲ ਪਹਿਲੇ ਤਾਂ ਪੈਸੇ ਨਹੀਂ ਹੁੰਦੇ ਆਉਣ ਦੇ, ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਫ੍ਰੀ ਆਫ ਕਾਸਟ ਇਹਦੀ ਦਵਾਈ ਮਿਲਦੀ ਹੈ। ਅਤੇ ਸਾਡਾ ਬੇਸਿਕਲੀ ਸਾਡੇ NGO ਦਾ ਕੰਮ ਪ੍ਰੀਵੈਂਸ਼ਨ ਦਾ ਵੀ ਹੈ, ਅਤੇ ਪ੍ਰੀਵੈਂਸ਼ਨ ਦੇ ਵਿੱਚ ਅਸੀਂ ਉਹਨਾਂ ਨੂੰ ਜਾ ਕੇ ਸਮਝਾਉਂਦੇ ਹਾਂ ਕਿ MDT ਦੀ ਦਵਾਈ ਤਾਂ ਫ੍ਰੀ ਆਫ ਕਾਸਟ WHO ਤੋਂ ਮਿਲਦੀ ਹੈ ਅਤੇ ਹਰੇਕ ਜਗ੍ਹਾ ਅਵੇਲੇਬਲ ਹੈ, ਤੁਹਾਡੇ ਨੇੜੇ ਵਾਲੀ ਡਿਸਪੈਂਸਰੀ 'ਤੇ ਅਵੇਲੇਬਲ ਹੈ, ਜਦ 1 ਕਿਲੋਮੀਟਰ ਵੀ ਨਹੀਂ ਚੱਲਣਾ ਪਏਗਾ, ਕਿ ਉਸ ਤੋਂ ਬਾਅਦ ਤੁਸੀਂ ਡਿਸੇਬਲਡ ਹੋ ਜਾਓਗੇ ਫਿਰ ਵੀ ਤਾਂ ਤੁਸੀਂ ਬਾਹਰ ਨਿਕਲ ਕੇ ਆਓਗੇ। ਪਰ ਫਿਰ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅੰਧ ਵਿਸ਼ਵਾਸ ਹੈ, ਇਸ ਕਰਕੇ ਉਹ ਬਾਹਰ ਨਹੀਂ ਨਿਕਲਦੇ। ਵੀ ਹੈ, ਉਹਨਾਂ ਦੇ ਬੇਟੇ ਵੀ ਸਾਡੇ ਨਾਲ ਨੇ। ਜਤਿੰਦਰ ਜੀ, ਤੁਸੀਂ ਵੀ ਆਪਣੇ ਪਾਪਾ ਦੇ ਨਾਲ ਬਚਪਨ ਤੋਂ ਹੀ ਕੰਮ ਕਰ ਰਹੇ ਹੋ, ਘਰ ਦਾ ਮਾਹੌਲ ਕਿੱਦਾਂ ਦਾ ਰਿਹਾ? ਮਦਰ ਕਿੰਨਾ ਕੀ ਸਪੋਰਟ ਕਰਦੇ ਸੀ? ਕਦੇ ਕਦੇ ਉਹਨਾਂ ਨੂੰ ਇਹ ਨਹੀਂ ਲੱਗਦਾ ਸੀ ਜਾਂ ਸੁਸਾਇਟੀ ਬॉयਕਾਟ ਕਰਦੀ ਸੀ ਜਾਂ ਸਵਾਲ ਚੁੱਕਦੀ ਸੀ ਕਿ ਪਾਪਾ ਨੂੰ ਕਹਿ ਦਿਓ ਕਿ ਨਹੀਂ ਹੁਣ ਛੱਡ ਦਿਓ, ਹੁਣ ਢੰਗ ਦਾ ਕੰਮ? ਇਹ ਚੀਜ਼ਾਂ ਬਹੁਤ ਵਾਰੀ ਹੋਈਆਂ ਨੇ। ਕਦੇ ਮਦਰ ਇਕੱਲੇ ਰਹਿ ਜਾਂਦੇ ਸੀ, ਇਕੱਲੇ ਮੰਡੀ ਜਾਂਦੇ ਸੀ, ਇਕੱਲੇ ਮਾਰਕੀਟ ਜਾਂਦੇ ਸੀਗੇ, ਇਕੱਲੇ ਫਰੈਂਡਸ ਰਿਸ਼ਤੇਦਾਰੀ ਜਾਂਦੇ ਸੀਗੇ। ਦੈਨ ਬਹੁਤ ਰਿਲੇਟਿਵ ਸੀਗੇ ਜਿਹੜੇ ਕਿ ਕਹਿੰਦੇ ਸੀਗੇ ਕਿ ਤੁਹਾਡੇ ਹਸਬੈਂਡ ਵਿਹਲੇ ਨੇ, ਅਤੇ ਤੁਹਾਡੇ ਹਸਬੈਂਡ ਵਿਹਲੇ ਨੇ, ਜਿਹੜੇ ਉਹਨਾਂ ਕੋਲ ਹੋਰ ਕੰਮ ਨਹੀਂ ਹੈ, ਅਤੇ ਤਾਂ ਉਹ ਫਿਰ ਸਮਾਜ ਸੇਵਾ ਵਿੱਚ ਜਾ ਰਹੇ ਨੇ, ਤਾਂ ਉਹ ਕੁੜੀਆਂ ਦੀ ਕੰਮ ਕਰ ਰਹੇ ਨੇ ਕਿ ਤੁਹਾਨੂੰ ਕੋਈ ਬਿਮਾਰੀ ਨਾ ਹੋ ਜਾਓ। ਬਹੁਤ ਟਾਈਮ ਹੋਇਆ ਕਿ ਮਦਰ ਮੇਰੇ ਬਹੁਤ ਜ਼ਿਆਦਾ ਇਕੱਲੇ ਬੈਠ ਕੇ ਕਹਿ ਦਿੰਦੇ ਸੀਗੇ ਕਿ ਇੱਦਾਂ ਮੈਨੂੰ ਰਿਲੇਟਿਵਸ ਨੇ ਇੱਦਾਂ ਕਹਿ ਦਿੱਤਾ। ਫਿਰ ਉਸ ਤੋਂ ਬਾਅਦ ਉਹ ਕਹਿੰਦੇ ਨਹੀਂ, ਇਹ ਜੋ ਕੰਮ ਕਰ ਰਹੇ ਨੇ ਇਹ ਬਹੁਤ ਅੱਛਾ ਕੰਮ ਕਰ ਰਹੇ ਨੇ, ਇਹ ਬਿਮਾਰਾਂ ਦੀ ਸੇਵਾ ਕਰ ਰਹੇ ਨੇ। ਮਤਲਬ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ, ਸਾਨੂੰ ਸਭ ਨੂੰ ਇੰਨਾ ਪ੍ਰੇਰਿਤ ਕੀਤਾ ਕਿ ਸਮਾਜ ਸੇਵਾ ਹੀ ਸਭ ਕੁਛ ਹੈ, ਇਹੀ ਕਰਨ ਨਾਲ ਦੁਨੀਆ 'ਚ ਰੱਬ ਮਿਲੇਗਾ, ਰੱਬ ਦੇ ਨਾਲ ਲਾਇਆ ਸਾਨੂੰ। ਅਤੇ ਉਹਨਾਂ ਨੇ
ਸਾਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕੀਤਾ, ਸਾਨੂੰ ਬਹੁਤ ਪ੍ਰੇਰਿਤ ਕੀਤਾ। ਮੇਰੇ ਪਿਤਾ ਜੀ ਨੂੰ ਇੰਨੀ ਸਪੋਰਟ ਕੀਤੀ ਉਹਨਾਂ ਨੇ, ਕਦੇ ਮੇਰੇ ਪਿਤਾ ਜੀ ਨੂੰ ਉਹਨਾਂ ਨੇ ਰੋਕਿਆ ਨਹੀਂ। ਮੇਰੇ ਫਾਦਰ ਸਾਹਿਬ ਨੇ ਆਪਣਾ ਘਰ ਵੇਚ ਦਿੱਤ ਕੇ ਲਾ ਦਿੱਤਾ, ਮੇਰੇ ਫਾਦਰ ਸਾਹਿਬ ਨੇ ਆਪਣੇ ਘਰ ਦੇ ਗਹਿਣੇ ਵੇਚ ਦਿੱਤੇ, ਮੇਰੇ ਮਦਰ ਦੇ ਗਹਿਣੇ ਵੇਚ ਦਿੱਤੇ, ਅਤੇ ਉਹਨਾਂ ਨੂੰ ਪਤਾ ਸੀ ਕਿ ਉੱਥੇ ਕੰਮ ਕਰਨ ਜਾ ਰਹੇ ਨੇ। ਉਹਨਾਂ ਨੇ ਇੱਕ ਦੋ ਵਾਰੀ ਪੁੱਛਿਆ, ਉਸ ਤੋਂ ਬਾਅਦ ਕਹਿਣਾ ਹੀ ਬੰਦ ਕਰ ਦਿੱਤਾ। ਮਤਲਬ ਮੇਰੇ ਫਾਦਰ ਸਾਹਿਬ ਨੇ ਲੋਨਸ ਲੈ ਕੇ ਲਾ ਦਿੱਤੇ, ਅਤੇ ਮੇਰੇ ਮਦਰ ਨੇ ਕਦੇ ਉਹਨਾਂ ਨੂੰ ਮਨਾ ਨਹੀਂ ਕੀਤਾ, ਉਹਨਾਂ ਦੀ ਫੁੱਲ ਸਪੋਰਟ ਕੀਤੀ ਹੈ, ਫੁੱਲ ਨਾਲ ਖੜ੍ਹ ਕੇ ਚੱਲੇ ਨੇ। ਇਨਫੈਕਟ ਕਿ ਕਈ ਜਗ੍ਹਾ ਤਾਂ ਮੇਰੇ ਪਿਤਾ ਜੀ ਦੇ ਨਾਲ ਜਾ ਕੇ, ਫਾਦਰ ਸਾਹਿਬ ਦੇ ਨਾਲ ਜਾ ਕੇ ਉਹਨਾਂ ਨੇ ਕੁਸ਼ਟ ਆਸ਼ਰਮ ਦੇ ਦੌਰੇ ਕੀਤੇ, ਉੱਥੇ ਦਵਾਈਆਂ ਵੰਡੀਆਂ ਆਪਣੇ ਵੱਲੋਂ, ਜਾਂ ਬਹੁਤ ਉਹਨਾਂ ਨੇ ਆਪਣੇ ਵੱਲੋਂ ਹੈਲਪ ਕੀਤੀ ਹੈ ਮੇਰੇ ਫਾਦਰ ਪੂਰੀ ਫੈਮਿਲੀ ਦੀ। ਅਤੇ ਇਕੱਲੇ ਹੀ ਪਰਿਵਾਰ ਨੂੰ ਸੰਭਾਲਿਆ। ਫਾਦਰ ਸਾਹਿਬ ਨੇ ਤਾਂ ਸਾਰੀ ਉਮਰ ਮਤਲਬ ਬਾਹਰ ਹੀ ਲਾਏ ਨੇ। ਸਾਨੂੰ ਅੱਜ ਦੀ ਤਰੀਕ 'ਚ ਸਮਝਾਉਣ ਵਾਲੇ, ਸੰਭਾਲਣ ਵਾਲੇ ਤਾਂ ਮਾਤਾ ਜੀ ਸੀਗੇ, ਮੇਰੇ ਮਦਰ ਹੀ ਸੀਗੇ। ਮਦਰ ਨੇ ਸੰਭਾਲਿਆ, ਮਦਰ ਨੇ ਬਹੁਤ ਸਾਨੂੰ ਪ੍ਰੇਰਿਤ ਕੀਤਾ, ਪਿਤਾ ਜੀ ਨੂੰ ਬਹੁਤ ਸਪੋਰਟ ਕੀਤੀ। ਅੱਜ ਜੇ ਕੁਛ ਮਿਲ ਰਿਹਾ ਹੈ ਜਾਂ ਪਰਮਾਤਮਾ ਦੀ ਹੋਇਆ, ਤੇ ਉਹ ਮੈਂ ਸਿੰਪਲ ਕਹਾਂਗਾ ਮੇਰੇ ਮਦਰ ਕਰਕੇ ਹੀ ਹੋਇਆ। ਮਦਰ ਨੂੰ ਡੈਡੀਕੇਟ ਕਰ ਰਹੇ। ਅੱਛਾ ਜਤਿੰਦਰ ਜੀ, ਬੱਚੇ ਹੁੰਦੇ ਨਾ ਆਪਣੇ ਮਾਪੇ ਤੋਂ ਬਚਪਨ ਤੋਂ ਹੀ ਆਸ ਰੱਖਦੇ ਕਿ ਮੈਨੂੰ ਸਾਨੂੰ ਇਹ ਦਿਲਾ ਦਿਓ, ਉਹ ਦਿਲਾ ਦਿਓ। ਤੁਸੀਂ ਨਹੀਂ ਕਦੇ ਡਿਮਾਂਡ ਕੀਤਾ? ਕਿਉਂਕਿ ਪਾਪਾ ਨੇ ਸਾਰਾ ਕੁਝ ਸਮਾਜ ਸੇਵਾ 'ਤੇ ਦੇ ਦਿੱਤਾ ਹੈ ਨਾ, ਤੁਹਾਨੂੰ ਨਹੀਂ ਲੱਗਿਆ ਕਿ ਨਹੀਂ ਪਾਪਾ ਅੱਜ ਮੈਨੂੰ ਇਹ ਚਾਹੀਦਾ, ਇਹ ਚਾਹੀਦਾ? ਲੱਗਦਾ ਨਹੀਂ? ਨਹੀਂ ਮੈਮ, ਇੱਦਾਂ ਤਾਂ ਨਹੀਂ ਕਹਾਂਗੇ ਕਿ ਮਤਲਬ ਇੱਦਾਂ, ਬਟ ਮੈਮ ਸ਼ੁਰੂ ਤੋਂ ਇੱਕ ਧਾਰਨਾ ਬਣ ਗਈ ਸੀ। ਫਾਦਰ ਸਾਹਿਬ ਨੂੰ ਦੇਖ ਕੇ ਸਾਡੇ ਮਨ 'ਚ ਵੀ ਉਹੀ ਚੀਜ਼ ਆ ਗਈ ਸੀਗੀ ਕਿ ਨਹੀਂ, ਸਮਾਜ ਸੇਵਾ। ਉਸ ਤੋਂ ਵਧੀਆ ਕਿ ਅਸੀਂ ਆਪਣਾ ਬਰਥਡੇ ਸੈਲੀਬ੍ਰੇਟ ਕਰਨਾ ਹੁੰਦਾ ਸੀਗਾ, ਅਤੇ ਲੋਕ ਪਾਰਟੀਜ਼ ਜਾਂਦੇ, ਕੁਛ ਕਰਦੇ। ਅਸੀਂ ਬਰਥਡੇ ਸੈਲੀਬ੍ਰੇਟ ਕਰਨ ਲਈ ਕੁਛ ਆਸ਼ਰਮ ਜਾਂਦੇ ਸੀਗੇ, ਅਤੇ ਅਸੀਂ ਕੁਛ ਵੀ ਆਪਣਾ ਘਰ ਦਾ ਕੋਈ ਫੰਕਸ਼ਨ ਕਰਨਾ ਹੈ ਜਾਂ ਕੁਛ ਅਚੀਵਮੈਂਟ ਕਰਨੀ, ਅਸੀਂ ਉਸ ਆਸ਼ਰਮ ਜਾ ਕੇ ਜਾਂ ਕੁੜੀਆਂ ਦੀ ਜਾਂ ਬਿਮਾਰਾਂ ਦੀ ਸੇਵਾ ਕਰਕੇ ਉਸ ਚੀਜ਼ ਨੂੰ, ਮੈਂ ਸ਼ੁਰੂ ਤੋਂ ਇੱਕ ਫਾਦਰ ਅਤੇ ਮਦਰ ਨੇ ਸਾਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਸੀ ਕਿ ਕੁਝ ਵੀ ਕਰਨਾ ਸਮਾਜ ਸੇਵਾ ਕਰੋ। ਅਤੇ ਮੈਮ ਕਦੇ ਇੱਦਾਂ ਵੈਸੇ ਨਹੀਂ ਲੱਗਿਆ। ਮੈਂ ਕਹਾਂਗਾ ਕਿ ਇੱਦਾਂ ਸਾਨੂੰ ਚੀਜ਼ ਦੀ ਰਿਕੁਆਇਰਮੈਂਟ ਹੈ, ਪਾਪਾ ਸਾਨੂੰ ਆਹ ਚੀਜ਼ ਕਰੋ, ਅਤੇ ਉਹ ਸ਼ੁਰੂ ਤੋਂ ਹੀ ਮੈਂ ਦੱਸਿਆ ਜੀ ਮੇਰੇ ਸਿਸਟਰ ਨੇ ਅਤੇ ਮੈਂ ਸ਼ੁਰੂ ਤੋਂ ਪਾਪਾ ਨਾਲ ਲੱਗ ਪਏ ਨੇ। ਅਤੇ ਉਹ ਜਦੋਂ ਥੋੜ੍ਹੇ ਜਿਹੇ ਵੱਡੇ ਹੋਏ, ਉਸ ਤੋਂ ਬਾਅਦ ਖੁਦ ਮਤਲਬ ਮੈਂ ਡੋਰ ਟੂ ਡੋਰ ਮਤਲਬ ਪੰਚਾਇਤਾਂ ਵੀ ਜਾਣਾ ਸ਼ੁਰੂ ਕਰ ਦਿੱਤਾ ਪਾਪਾ ਨਾਲ, ਕਿਉਂਕਿ ਮੇਰੇ ਫਾਦਰ ਸਾਹਿਬ ਨੂੰ ਮੈਂ ਕਿਤੇ ਜਿੱਥੇ ਵੀ ਜਾਣਾ ਪਾਪਾ ਨੇ ਮੈਨੂੰ ਨਾਲ ਲੈ ਕੇ ਜਾਣਾ। ਫਿਰ ਪਿੰਡਾਂ 'ਚ ਪੰਚਾਇਤਾਂ ਵਿੱਚ ਜਾਣਾ, ਅਸੀਂ ਕੈਂਪਸ ਵਿੱਚ ਜਾਣਾ, ਫਿਰ ਟੂਰਨਾਮੈਂਟਸ ਜਾਣਾ, ਉੱਥੇ ਫਿਰ ਲੋਕਾਂ ਨੂੰ ਅਵੇਅਰ ਕਰਨਾ। ਮਤਲਬ ਸ਼ੁਰੂ ਤੋਂ ਪਾਪਾ ਨੇ ਸਾਨੂੰ, ਮੰਮਾ ਪਾਪਾ ਨੇ ਇੱਦਾਂ ਦਾ ਕੰਮ ਕਰ ਦਿੱਤਾ ਕਿ ਤੁਸੀਂ ਜਾ ਕੇ ਸਿਰਫ ਅਤੇ ਸਿਰਫ ਮਤਲਬ ਸਮਾਜ ਸੇਵਾ ਕਰਨੀ ਹੈ, ਬਿਮਾਰਾਂ ਦੀ ਸੇਵਾ ਕਰਨੀ, ਗਰੀਬਾਂ ਦੀ ਸੇਵਾ ਕਰਨੀ ਹੈ, ਸਮਾਜ ਸੇਵਾ ਕਰਨੀ। ਇਹੀ ਹਮੇਸ਼ਾ ਜਿਹੜਾ ਹੈ ਮਾਪਿਆਂ ਨੇ ਦੱਸਿਆ। ਅੱਛਾ ਪ੍ਰੇਮ ਸਿੰਘ ਜੀ, ਇੱਕ ਆਖਿਰਲੇ ਸਵਾਲ ਤੁਹਾਡੇ ਤੋਂ ਕਰਨਾ ਚਾਹਾਂਗੀ। ਹੁਣ ਕੁਸ਼ਟ ਰੋਗੀਆਂ ਵਾਸਤੇ ਤੁਸੀਂ ਕੰਮ ਕਰਤਾ, ਸੀਨੀਅਰ ਸਿਟੀਜ਼ਨ ਵਾਸਤੇ ਵੀ ਤੁਸੀਂ ਕਰ ਰਹੇ ਹੋ, ਡਿਸੇਬਿਲਿਟੀ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਵੀ ਕਰ ਰਹੇ ਹੋ। ਹੁਣ ਅੱਗੇ ਕੀ ਸੋਚ ਰੱਖੀ ਹੈ, ਕੀ ਕਰਨਾ ਹੈ? ਮੈਂ ਸਕਿੱਲ ਡਿਵੈਲਪਮੈਂਟ ਤੇ ਜੋ ਨਾ ਡਿਵੈਲਪਮੈਂਟ ਤੇ ਕੰਮ ਕਰਨਾ ਚਾਹੁੰਦਾ। ਸਕਿੱਲ ਡਿਵੈਲਪਮੈਂਟ, ਕੁਸ਼ਟ ਰੋਗੀਆਂ ਦੀ ਸਕਿੱਲ ਡਿਵੈਲਪਮੈਂਟ, ਉਹਨਾਂ ਦੇ ਬੱਚਿਆਂ ਦੀ ਸਕਿੱਲ ਡਿਵੈਲਪਮੈਂਟ, ਤਾਂ ਕਿ ਉਹਨਾਂ ਦਾ ਇਕਨੋਮਿਕ ਸਟੇਟਸ ਉੱਚਾ ਉੱਠ ਜਾਵੇ। ਅਤੇ ਲੜਕੀਆਂ ਲਈ ਐਜੂਕੇਸ਼ਨ ਔਰ ਲੜਕੀਆਂ ਲਈ ਸਕਿੱਲ ਡਿਵੈਲਪਮੈਂਟ। ਜਿਸ ਤਰ੍ਹਾਂ ਕੋਈ ITI ਆਪਣਾ ਬਣਾਉਣਾ ਚਾਹੁੰਦਾ ਸੀ, ਮੈਂ ਸਕਿੱਲ ਡਿਵੈਲਪਮੈਂਟ ਦਾ ਇੱਕ ਸੈਂਟਰ ਬਣਾਉਣਾ ਚਾਹੁੰਦਾ, ਤਾਂ ਕਿ ਜਿਸ ਤਰ੍ਹਾਂ ਕੁਸ਼ਟ ਰੋਗੀ ਹੈ ਉਹ ਸੈਂਟਰ 'ਚ ਆ ਕੇ ਆਪਣਾ ਸਾਡੇ ਕੋਲ ਰਹਿਣ, ਡਿਵੈਲਪਮੈਂਟ ਉੱਥੋਂ ਸਾਰਾ ਸਿੱਖ, ਬਾਸਕਟ ਮੇਕਿੰਗ, ਅਗਰਬੱਤੀ ਮੇਕਿੰਗ ਔਰ ਕੈਂਡਲ ਮੇਕਿੰਗ, ਇਹੋ ਜਿਹੇ ਛੋਟੇ ਛੋਟੇ ਪ੍ਰੋਜੈਕਟ ਅਸੀਂ, ਕਿਉਂਕਿ ਮੇਰੀ ਲੜਕੀ ਇਸ ਨੇ ਡਿਪਲੋਮਾ ਵੋਕੇਸ਼ਨਲ ਰਿਹੈਬਿਲਿਟੇਸ਼ਨ ਦਾ ਡਿਪਲੋਮਾ ਕੀਤਾ ਹੋਇਆ ਇਸ ਦੇ ਵਿੱਚ, ਮੈਂਟਲੀ ਰਿਟਾਰਡਡ ਚਿਲਡਰਨ ਲਈ। ਉਸ ਦੇ ਵਿੱਚ ਸਾਰੀ ਐਜੂਕੇਸ਼ਨ ਆਫ ਦਾ ਡਿਸੇਬਲਡ ਚਿਲਡਰਨ ਹੈ। ਈਵਨ ਮੈਂ ਵੀ ਇੱਕ ਡਿਪਲੋਮਾ ਪਾਸ ਕੀਤਾ, ਫਾਊਂਡੇਸ਼ਨ ਕੋਰਸ ਆਫ ਐਜੂਕੇਸ਼ਨ ਆਫ ਡਿਸੇਬਲਡ ਪਰਸਨਸ। ਤਾਂ ਉਸ ਕਰਕੇ ਤਾਂ ਕਿ ਮੈਨੂੰ ਪਤਾ ਲੱਗ ਜਾਵੇ ਵੀ ਡਿਸੇਬਿਲਿਟੀ ਦੇ ਵਿੱਚ ਕਿਆ ਕਿਆ ਚੀਜ਼ਾਂ ਦੀ ਕਿਸ ਤਰ੍ਹਾਂ ਦੀ ਲੋੜ ਹੈ, ਉਹਦੇ ਵਿੱਚ ਸਮਝਣ ਦੇ ਲਈ ਮੈਂ ਵੀ ਮਨੀਪਾਲ ਯੂਨੀਵਰਸਿਟੀ ਤੋਂ ਕੀਤਾ ਇਹ ਡਿਪਲੋਮਾ। ਤਾਂ ਮੈਂ ਚਾਹੁੰਦਾ ਬਈ ਲੜਕੀਆਂ ਦਾ ਸਟੇਟਸ ਉੱਚਾ ਉੱਠਣਾ ਚਾਹੀਦਾ, ਲੜਕੀਆਂ ਨੂੰ ਬਰਾਬਰਤਾ ਮਿਲ ਜਾਣੀ ਚਾਹੀਦੀ ਹੈ। ਹਾਲੇ ਤੱਕ ਲੜਕੀ ਜੋ ਐਜੂਕੇਟ ਨਹੀਂ ਹੈ ਜਾਂ ਉਸ ਦੇ ਨਾਲ ਹੋਰੇ ਤਰੀਕੇ ਦਾ ਟਰੀਟਮੈਂਟ ਕੀਤਾ ਜਾ ਰਿਹਾ ਹੁੰਦਾ, ਉਸ ਨੂੰ ਅਸੀਂ ਚਾਹੁੰਦੇ ਹਾਂ। ਮੈਂ ਲੜਕੀਆਂ ਲਈ ਪੈਸੇ ਵੀ ਬਹੁਤ ਪਹਿਲਾਂ ਵਰਕ ਕੀਤਾ, ਮੈਂ 80 ਲੜਕੀਆਂ ਨੂੰ ਪਹਿਲਾਂ ਵਿਛਾਇਆ। ਉਹਨਾਂ ਦੇ ਕਈ ਝਗੜੇ ਹੁੰਦੇ, ਨਿਬੇੜ ਦਿੰਦਾ ਸੀ, ਮੈਂ ਡਰਦਾ ਨਹੀਂ ਸੀ, ਅਤੇ ਮੈਂ ਡਰ ਕੇ ਉਹਨਾਂ ਨੂੰ ਸਮਝਾ ਕੇ ਬਹੁਤ ਸਾਰੇ ਤਾਂ ਮਿਲ ਗਏ, ਮਿਲਾ ਦਿੰਦਾ ਸੀ ਵੀ ਕੋਈ ਫਾਇਦਾ ਨਹੀਂ ਇਹਦਾ। ਅਤੇ ਬਹੁਤ ਸਾਰੇ ਇਸ ਤਰ੍ਹਾਂ ਮੈਂ ਇਕੱਲੇ ਹੀ ਬੰਦੇ ਨੇ ਇਹ, ਹਾਲਾਂਕਿ ਮੇਰਾ ਮਿਸ਼ਨ ਤਾਂ ਲੈਪਰੋਸੀ ਮਿਸ਼ਨ ਆ, ਅਤੇ ਮੇਰੇ ਕੋਲ ਇਹੋ ਜਿਹੇ ਕਈ ਵਾਰ ਕੇਸ ਆ ਜਾਂਦੇ ਸੀ, ਅਤੇ ਸਮਝਾ ਕੇ ਉਹਨਾਂ ਨੂੰ ਠੀਕ ਕਰ ਦਿੰਦਾ ਸੀ। ਔਰ ਜੋ ਤਸ਼ੱਦਦ ਹੁੰਦਾ ਹੈ ਉਹ ਬਹੁਤ ਜ਼ਿਆਦਾ ਕਈ ਵਾਰ ਬੁਰਾ ਲੱਗਦਾ ਹੈ ਨਾ, ਕਿਉਂ ਉਹਨਾਂ ਨੂੰ ਵਿਤਕਰਾ ਹੀ ਹੋ ਜਾਂਦਾ। ਹੁਣ ਇਹ ਵਿਤਕਰਾ ਉਹਨਾਂ ਨਾਲ ਉਦੋਂ ਹਟੇਗਾ ਜਦੋਂ ਉਹਨਾਂ ਦਾ ਇਕਨੋਮਿਕ ਸਟੇਟਸ ਉੱਚਾ ਉੱਠ ਜਾਏਗਾ। ਇਕਨੋਮਿਕ ਸਟੇਟਸ ਤਾਂ ਉੱਚਾ ਉੱਠੇਗਾ ਜੇ ਉਹ ਉਹਨੂੰ ਵੋਕੇਸ਼ਨਲ ਐਜੂਕੇਸ਼ਨ ਉਹਨਾਂ ਦੀ ਹੋਏਗੀ। ਇਸ ਤਰ੍ਹਾਂ ਦਾ ਮੈਂ ਇੱਕ ਐਕਸਪੀਰੀਅੰਸ ਕਰਨ ਦੇ ਲਈ ਇੱਕ ਸਿਲਾਈ ਸੈਂਟਰ ਖੋਲ੍ਹਿਆ। ਉਹ ਕਹਿਣ ਲੱਗੇ ਵੀ ਪੰਚਾਇਤ ਸਾਡੇ ਪਿੰਡ ਦੇ 'ਚ ਖੋਲ੍ਹ ਦਿੱਤਾ ਵੀ ਪੰਚਾਇਤ ਹਾਊਸ ਦੇ ਤਾਂ ਬਿਜਲੀ ਨਹੀਂ ਹੈਗੀ। ਮੈਂ ਕਿਹਾ ਮੈਂ ਆਪਣੀ ਤਨਖਾਹ ਦੇ ਦੂੰਗਾ, ਬਿਜਲੀ ਲਾ ਦਿਓ।
ਤੇ ਬਿਜਲੀ ਲਾ ਦਿਓ ਤੁਸੀਂ ਵੀ ਇਹ ਸੈਂਟਰ ਖੋਲ੍ਹੋ। 40 ਕੁੜੀਆਂ ਟ੍ਰੇਨਡ ਹੋ ਗਈਆਂ। 40 ਕੁੜੀਆਂ ਇਹ ਕਹਿ ਰਹੀਆਂ ਸੀ ਵੀ ਅਸੀਂ ਤੁਹਾਡੀ ਫੋਟੋ ਲੈ ਕੇ ਜਾਣੀ। ਮੈਂ ਕਿਹਾ ਹਾਲੇ ਮੈਂ ਬਹੁਤ ਕੰਮ ਕਰਨਾ, मैं काम करता जाऊंगा। तो ये एजुकेशन जो स्किल डिवेलपमेंट की एजुकेशन है, स्किल डिवेलपमेंट हरेक जगह ते पंजाब दे विच भी आ चुका है। उन्होंने दे नाल मिल के भी असीं काम कर सकते हैं। अच्छा, क्योंकि असीं चाहुंदे हां भी स्किल डिवेलपमेंट की ट्रेनिंग अगर कुछ रोगियों के बच्चों नूं मिल जाए तो बहाल हो जाएंगे। तो एक होर बात जिहड़ी वड्डी गल है, मैं चाहुंदा उन्हां दे कई चीज़ां जिहड़ियां बहुत ही ज़्यादा जरूरत बन, जिद्दां उन्हां दे पैरां 'च जख्म है उहदे लई एक शू बनदी है। मैं चाਹੁੰਦਾ ਵੀ ਸਾਰੇ ਕੁਸ਼ਟ ਰੋਗੀਆਂ ਨੇ ਜਿਨ੍ਹਾਂ ਦੇ ਜ਼ਖਮ ਹੈ ਤੇ ਉਹਨਾਂ ਨੂੰ ਇਹ ਸ਼ੂਜ਼ ਲੈ ਕੇ ਦੇਵਾਂ। ਪਰ ਜਦੋਂ ਮੇਰੇ ਕੋਲ ਕੋਈ ਇਸ ਤਰ੍ਹਾਂ ਦੀ ਕੋਈ ਫੰਡ ਆਪਣਾ ਕ੍ਰੀਏਟ ਕਰਾਂਗਾ ਮੈਂ ਆਪਣਾ, ਤੇ ਫਿਰ ਮੈਂ ਕਰਾਂਗਾ, ਕਿਉਂਕਿ ਮੈਂ ਦੂਸਰੇ ਬੰਦੇ ਨੂੰ ਤਾਂ ਨਾ ਹੀ ਕਹਿਣਾ, ਨਾ ਹੀ ਮੈਨੂੰ ਕੋਈ ਕਹਿਣ ਦੀ ਉਹ ਲੋੜ ਹੈਗੀ ਹੈ। ਤੇ ਮੈਂ ਇਹਨਾਂ ਨੂੰ ਆਪਣੇ ਲੜਕਿਆਂ ਨੂੰ ਕਿਹਾ ਵੀ ਤੁਸੀਂ ਗੁਰੂ ਸਾਹਿਬ ਨੇ ਸਿਖਾਇਆ ਆਪਣਾ ਦਸਵੰਧ ਕੱਢ ਕੇ ਵੀ ਇਸ ਮਿਸ਼ਨ 'ਚ ਪਾਉਂਦੇ ਰਹਿਣਾ। ਇਹਨਾਂ ਨੂੰ ਮੈਂ ਜ਼ਿੰਮੇਵਾਰੀ ਦੇ ਰਿਹਾ। ਇਸ ਨੂੰ ਲੈਪਰੋਸੀ ਐਲੀਮੀਨੇਸ਼ਨ ਸੋਸਾਇਟੀ ਪ੍ਰਧਾਨ ਹੈ, ਉਹ ਲੈਪਰੋਸੀ ਵੈਲਫੇਅਰ ਮਿਸ਼ਨ ਦਾ ਪ੍ਰਧਾਨ ਬਣ ਦੇਗਾ। ਤੇ ਮੈਂ ਇਹਨਾਂ ਨੂੰ ਗਾਈਡ ਕਰ ਦੂੰਗਾ, ਗਾਈਡ ਕਰਕੇ ਕਿ ਮੈਨੂੰ ਇਸ ਦੀ ਗਾਈਡੈਂਸ ਦੇ ਜੋ ਟੈਕਟਿਕਸ ਹੈ ਉਹਨੂੰ ਪੂਰੀ ਪਤਾ ਲੱਗ ਚੁੱਕੀ ਹੈ। ਕਿਉਂਕਿ ਟੈਕਨੀਕ ਹੈ ਨਾ ਜੋ ਟੈਕਨੀਕ ਜੋ, ਕਿਉਂਕਿ ਮੈਂ ਇਸ ਦਾ ਬਹੁਤ ਮਾਹਰ ਹਾਂ। ਮੈਂ ਆਡਿਟ ਦਫ਼ਤਰ 'ਚ ਰਿਹਾ ਹੋਇਆ ਤੇ ਉਹਦੇ 'ਚ ਸਾਨੂੰ ਉਹਨਾਂ ਨੇ 16 ਪੇਪਰ ਪਾਸ ਕਰਾਏ। ਉਹਦੇ 'ਚ ਇਹੋ ਹੀ ਹੈ ਕਿ ਵੈਦਰ ਦਾ ਬੈਨੀਫਿਟ ਹੈਜ਼ ਬੀਨ ਅਕਰੂਡ ਬਾਈ ਦਾ ਏਰੀਆ ਔਰ ਕਮਿਊਨਿਟੀ ਫॉर विच इट वाज डिजाइंड एंड ग्रांट जे यूटिलाइज होगी उस तो जाके उस एरिए दे विच वैदर द बेनिफिट हैज़ बीन एक्रूड बाई द कम्यूनिटी एंड एरिया, वैदर द ग्रांट हैज़ बीन यूटिलाइज्ड फॉर द पर्पज़ ये है ਲੈਪਰੋਸੀ ਪੇਸ਼ੈਂਟਸ ਦਾ ਕੰਮ ਕਰਨਾ, ਉਹਨਾਂ ਨੂੰ ਦਵਾਈ ਦੇਣੀ, ਉਹਨਾਂ ਦਾ ਇਹ ਕਰਨਾ। ਉਹ ਪਰਪਸ ਤਾਂ ਫਿਲਹਾਲ ਤਾਂ ਫੇਲ ਹੈ। ਅਸੀਂ ਇਸ ਕਰਕੇ ਗੌਰਮੈਂਟ ਦੇ ਨੋਟਿਸ ਬਹੁਤ ਵਾਰ ਮੈਂ ਲਿਆਂਦਾ ਵੀ ਇਹਨਾਂ ਦਾ ਇਹ ਤਾਂ ਹੋ ਸਕਦਾ ਇਹਨਾਂ ਦਾ ਮੈਡੀਕਲ ਆਡਿਟ ਹੋਣਾ ਚਾਹੀਦਾ। ਮੈਡੀਕਲ ਆਡਿਟ ਅੰਡਰ ਦਾ ਕੰਟਰੋਲ ਆਫ ਦਾ ਚੀਫ ਮਿਨਿਸਟਰ ਔਰ ਦਾ ਪ੍ਰਾਈਮ ਮਿਨਿਸਟਰ, ਤਾਂ ਕਿ ਪਤਾ ਲੱਗ ਜਾਵੇ ਇਹ ਮੈਡੀਕਲ ਆਡਿਟ ਦੇ ਵਿੱਚ ਕਲੈਕਸ਼ਨ ਡਾਟਾ ਕਲੈਕਸ਼ਨ ਵੀ ਹੋਏਗੀ। ਵੈਦਰ ਪ੍ਰੋਜੈਕਟ ਦੇ ਵਿੱਚ ਪ੍ਰੋਪਰਲੀ ਮੇਡ ਪ੍ਰੋਜੈਕਟ ਲਾਗੂ ਹੋਇਆ ਕਿ ਨਹੀਂ ਹੋਇਆ ਪ੍ਰੋਜੈਕਟ। ਤੇ ਆਪਣੀ ਵਿਰਾਸਤ ਕੋਈ ਜ਼ਮੀਨ ਜਾਇਦਾਦ ਦਿੰਦਾ ਹੈ, ਆਪਣੀ ਵਿਰਾਸਤ ਜਿਹੜੀ ਹੈ ਪ੍ਰੇਮ ਸਿੰਘ ਨੇ ਆਪਣੇ ਬੱਚਿਆਂ ਨੂੰ ਦਿੱਤੀ ਹੈ ਕਿ ਜਿਹੜਾ ਕੰਮ ਉਹਨਾਂ ਨੇ 32 ਸਾਲਾਂ ਤੱਕ ਕੀਤਾ, ਹੁਣ ਵੀ ਕਰ ਰਹੇ, ਅੱਗੇ ਵੀ ਕਰਦੇ ਰਹਿਣਗੇ, ਕਿਉਂਕਿ ਚਲਦੀ ਨਾ ਨਾਮੀ ਗਾੜੀ ਹੈ, ਹਿੰਦੀ में कहा जाता है। ਤੇ ਹੁਣ ਉਹਨਾਂ ਦਾ ਕੰਮ ਮੇਨ ਮੁੱਖ ਮਕਸਦ ਇਹ ਹੈ ਕਿ ਜਿਹੜੀ ਕੁੜੀਆਂ ਨੇ ਉਹਨਾਂ ਨੂੰ ਸ਼ਿਕਸ਼ਿਤ ਕਰਨਾ ਬੇहद ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਇਕਨੋਮਿਕ ਇਨਇਕੁਐਲਿਟੀ ਹੱਲੇ ਵੀ ਸਾਡੀ ਸੁਸਾਇਟੀ ਦੇ ਵਿੱਚ ਹੈ, ਜਿਸ ਕਰਕੇ ਕੁੜੀਆਂ ਹੱਲੇ ਵੀ ਜਿਹੜਾ ਉਹਨਾਂ ਨੂੰ ਸਟੇਟਸ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਰਿਹਾ, ਤੇ ਉਸ ਦੇ ਲਈ ਵੀ ਕੰਮ ਕਰਦੇ ਰਹਿਣਗੇ। ਬੱਚੇ ਉਹਨਾਂ ਦੇ ਨਾਲ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇੱਕ ਖੇਤਰ ਦੇ ਵਿੱਚ ਤਾਂ ਉਹਨਾਂ ਨੇ ਕੰਮ ਕੀਤਾ ਹੈ ਤੇ ਹੋਰ ਲੋਕਾਂ ਵਾਸਤੇ ਵੀ ਉਹ ਕੰਮ ਕਰਦੇ ਰਹਿਣ, ਕਿਉਂਕਿ ਸਮਾਜ ਸੇਵਾ ਕਰਨਾ ਆਸਾਨ ਨਹੀਂ ਹੈ ਤੇ ਆਪਣਾ ਧਰਮ ਜਿਹੜਾ ਹੈ ਉਹ ਨਿਭਾ ਰਹੇ ਨੇ। ਮੋਹਾਲੀ ਤੋਂ ਕੈਮਰਾ ਪਰਸਨ ਅਜੇ ਸਿੰਘ ਰਾਣਾ ਦੇ ਨਾਲ ਪੂਜਾ ਵਰਮਾ, ਪੰਜਾਬ ਟੁਡੇ।